समुंद विरोल शरीर हम देखिया, एक वस्त अनूप दिखाई। गुर गोबिंद गोबिंद गुरु है, नानक भेद ना पाई। तेरे कवन कवन गुण कह कह गावा, तू साहिब गुणी निदाना। तुमरी महिमा वर्ण न सको, तू ठाकुर ऊच भगवाना। सो कहु टल गुर सेविया, अहनिस सहज सुभाए। दर्शन परसिय गुरु कै, जन्म मरण दुख जाए। होवै सिफत खसमदी, नूर अरशो कुरसों चटिया। तुद डिठे सचे पातशाह, मल जन्म जन्म दी कटिया। सज्जन सच्चा पातशाह, सिर शाहां दै शाहो। जिस पास बैठिया सोहिए, सबना दा वेसाहो। वाहिगुरु साहिब जीओ, गुरमुख पंडित होए, जग पर बोधिया। गुरमुख आप गवाए, अंदर सोधिया। गुरमुख पंडित होए, जग पर बोधिया। गुरमुख आप गवाए, अंदर सोधिया। गुरमुख सत संतोख, ना काम करो दिया। गुरमुख है निर्वैर, ना वैर विरोधिया। चौह वर्णा उपदेश, सहज समोधिया। धन जनेंदी माओ, जोधा जोधिया। गुरमुख सुख फल पाए, सब फल पाया। रंग सुरंग चढ़ाए, सब रंग लाया। गंध सुगंध समाए, बोहे बुहाया। अमृत रस तृप्ताए, सब रस आया। शब्द सुरत लिव लाए, अनहद वाया।
ਨਿਜ ਘਰ ਨੇਹ ਚਲ ਜਾਏ, ਨਾ ਦਹਿ ਦੇਸ ਧਾਇਆ। ਸ਼ਬਦ ਸੁਰਤ ਲਿਵ ਲਾਏ, ਅਨਹਦ ਵਾਇਆ। ਨਿਜ ਘਰ ਨੇਹ ਚਲ ਜਾਏ, ਨਾ ਦਹਿ ਦੇਸ ਧਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਰੂਪ, ਸਮਰੱਥ ਗੁਰੂ, ਸਰਬ ਕਲਾ ਭਰਪੂਰ, ਲੋਕ ਪਰਲੋਕ ਦੇ ਸਹਾਇਕ, ਦੀਨ ਦੁਨੀਆ ਦੇ ਮਾਲਕ, ਅਕਾਲ ਸਵਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਸੁਭਾਇਮਾਨ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ। ਅੱਜ ਦਾ ਸਮਾਂ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਹੈ। ਇਹ ਬਹੁਤ ਕੀਮਤੀ ਵਕਤ ਹੈ। ਇਹਦਾ ਸ਼ੁਕਰਾਨਾ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਿਹਦੇ ਵਿੱਚ 19ਵੀਂ ਵਾਰ ਦੀ 18ਵੀਂ ਔਰ 21 ਨੰਬਰ ਪੌੜੀ ਆਪ ਜੀ ਨਾਲ ਸਾਂਝੀ ਕੀਤੀ ਜਾਏਗੀ। ਭਾਈ ਸਾਹਿਬ ਜੀ ਨੇ ਜੋ ਆਪ ਕਮਾਇਆ ਹੰਡਾਇਆ ਜੀਵਨ ਵਿੱਚ, ਉਹਦੇ ਤਜਰਬੇ ਵਿੱਚੋਂ ਜੋ ਕੁਝ ਉਹਨਾਂ ਨੂੰ ਪ੍ਰਾਪਤ ਹੋਇਆ, ਉਸ ਨੂੰ ਉਹਨਾਂ ਨੇ ਯਤਨ ਕੀਤਾ ਅੱਖਰਾਂ ਵਿੱਚ ਪਾ ਕੇ ਸਾਡੇ ਲਾਭ ਲਈ ਲਿਖ ਦਿੱਤਾ ਹੈ। ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਗੁਰਮੁਖ ਦਾ ਸਰੂਪ, ਗੁਰਮੁਖ ਦੀ ਤਸਵੀਰ ਬਿਆਨ ਕਰ ਰਹੇ ਨੇ। ਇਸ ਪੌੜੀ ਵਿੱਚ ਇੱਕ ਇਸ ਤਰ੍ਹਾਂ ਦੀ ਸੇਵਾ ਦਾ ਜ਼ਿਕਰ ਕੀਤਾ ਗਿਆ ਹੈ। ਵੈਸੇ ਤਾਂ ਸੇਵਾਵਾਂ ਸਾਰੀਆਂ ਹੀ ਮਹਾਨ ਹਨ, ਚੰਗੀਆਂ ਹਨ, ਪਰ ਕੁਝ ਸੇਵਾਵਾਂ ਐਸੀਆਂ ਹਨ ਜਿਹੜੀਆਂ ਅਸਥੂਲ ਨੇ, ਜਿਹੜੀਆਂ ਸਰੀਰ ਨਾਲ ਕੀਤੀਆਂ ਜਾਂਦੀਆਂ। ਹੱਥਾਂ ਨਾਲ ਸੇਵਾ, ਪੈਰਾਂ ਨਾਲ ਤੁਰਨਾ, ਮਾਇਆ ਨਾਲ ਸੇਵਾ, ਕਈ ਪ੍ਰਕਾਰ ਦੀ ਸੇਵਾ, ਲੰਗਰ ਦੀ ਸੇਵਾ ਹੈ। ਇਹ ਸੇਵਾ ਸਰੀਰ ਦੁਆਰਾ ਕੀਤੀ ਜਾਂਦੀ ਹੈ। ਪਰ ਭਾਈ ਸਾਹਿਬ ਜੀ ਨੇ ਅੱਜ ਇੱਕ ਐਸੀ ਸੂਖਸ਼ਮ ਸੇਵਾ ਦਾ ਵਰਣਨ ਕੀਤਾ ਜਿਸ ਨੂੰ ਕਿਹਾ ਗਿਆ ਵੀ ਗੁਰੂ ਦੇ ਉਪਦੇਸ਼ ਨੂੰ ਅੱਗੇ ਕਹਿਣਾ। ਸਭ ਤੋਂ ਸੂਖਸ਼ਮ, ਸਭ ਤੋਂ ਬਰੀਕ, ਸਭ ਤੋਂ ਲਤੀਫ ਹੈ ਇਹ ਸੇਵਾ। ਇਹਦੇ ਵਿੱਚ ਪੰਡਤ ਹੋਣ ਤੋਂ ਬਿਨਾਂ ਭਾਈ ਗੁਰਦਾਸ ਜੀ ਕਹਿੰਦੇ ਕੰਮ ਨਹੀਂ ਸਰਦਾ। ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧੀਐ। ਪ੍ਰਬੋਧੀਐ ਦਾ ਮਤਲਬ ਹੈ ਦੂਜੇ ਨੂੰ ਦੱਸਣਾ। ਕੰਮ ਬਹੁਤ ਵੱਡਾ ਹੈ, ਖਤਰਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੈ, ਕਿਉਂਕਿ ਉਪਦੇਸ਼ ਦਿੰਦਾ ਦਿੰਦਾ ਭੁੱਲ ਵੀ ਸਕਦਾ ਹੈ ਕਿ ਉਪਦੇਸ਼ ਮੇਰਾ ਹੈ। ਖਤਰਾ ਬਹੁਤ ਜ਼ਿਆਦਾ ਹੈ, ਬਹੁਤ ਕਠਿਨ। ਇਹਦੇ ਵਿੱਚ ਫਿਰ ਕਿਵੇਂ ਪੰਡਿਤ ਬਣਨਾ ਹੈ ਉਹ ਦੱਸਿਆ ਗਿਆ। ਅਗਲੀ ਪੰਕਤੀ ਵਿੱਚ ਕਹਿੰਦੇ ਇਹ ਸੇਵਾ ਬੜੀ ਵੱਡੀ ਹੈ। ਵੰਡਣਾ, ਦੇਣਾ, ਕਿਸੇ ਨੂੰ ਕਹਿਣਾ ਬੜਾ ਕਠਿਨ ਹੈ। ਪਰ ਇਹ ਵੀ ਸੇਵਾ ਸਤਿਗੁਰੂ ਨੇ ਆਪ ਆਪਣੇ ਗੁਰਸਿੱਖਾਂ ਤੋਂ ਲਈ ਪੰਡਤ ਬਣਾ ਕੇ। ਪੰਡਤ ਦੀ ਪਰਿਭਾਸ਼ਾ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋ। ਆਮ ਤੌਰ 'ਤੇ ਸਮਝਿਆ ਜਾਂਦਾ ਹੈ ਪੰਡਤ ਸ਼ਬਦ ਹਿੰਦੂ ਜਮਾਤ ਨਾਲ ਸੰਬੰਧ ਰੱਖਦਾ ਹੈ, ਪਰ ਪੰਡਤ ਦਾ ਸੰਬੰਧ ਕਿਸੇ ਵੀ ਧਰਮ ਨਾਲ, ਕਿਸੇ ਮਜ਼ਹਬ ਨਾਲ ਨਹੀਂ ਹੈ। ਪੰਡਤ ਇੱਕ ਅੰਦਰ ਦੀ ਸਟੇਜ ਹੈ, ਪੰਡਤ ਇੱਕ ਅੰਦਰ ਦੀ ਵਿਦਿਆ ਹੈ, ਇੱਕ ਅੰਦਰ ਦੀ ਅਵਸਥਾ ਹੈ। ਉਹ ਕਿਸੇ ਕੌਮ ਨਾਲ ਸੰਬੰਧ ਨਹੀਂ ਰੱਖਦੀ।
पर क्योंकि पंडित आम तौर पर ब्राह्मणों में सन, इस करके प्रचलित हो गया भी हिंदुओं में पंडित होंगे। पंडित की परिभाषा तुसी पढ़ते हो, सो पंडित जो मन प्रबुद्ध है। प्रबुद्ध का अर्थ होंदा उपदेश देना। जिहड़ा मनुख ये दुनिया का सब तो कठिन काम करता है, सब तो औखा है अपने आप नूं कहना। हुण अपने आप नूं गुरु हरगोबिंद साहिब जी ने श्रोते दे वक्ते दे कई गुण दसे। उन्हां विच वक्ते दा एक गुण दसिया, छेवें पातशाह ने उपदेश दिता सिखां नूं, कहंदे मेरा सिख जिहड़ा वक्ता ते श्रोता इकट्ठा होवे बड़ा औखा है। बोलना कल्ला सौखा है। वक्ता ते श्रोता, ਇਹਦਾ मतलब वक्ता ਦਾ अर्थ बोलण वाला ते श्रोता ਦਾ अर्थ सुनने वाला। ਕਹਿੰਦੇ आप कवे ते ਉਹਨੂੰ आप सुने मैं की कह ਰਿਹਾ। ਦੋਵੇਂ ਕੰਮ ਇਕੱਠੇ करे, आप ਉਹਨੂੰ सुने, ਉਹਦਾ ਧਿਆਨ ਟਿਕ ਜਾਏਗਾ। ਇਹਨੂੰ ਸ਼ਬਦ ਸੁਰਤ ਦਾ ਅਭਿਆਸ ਵੀ ਕਹਿੰਦੇ ਨੇ। ਜੋ ਮੈਂ ਕਹਿ ਰਿਹਾ ਉਹਦੇ ਵਿੱਚ ਲੀਨ ਹੁੰਦੇ ਜਾਣਾ, ਜੋ ਮੈਂ ਕਹਿ ਰਿਹਾ ਉਹਦੇ ਵਿੱਚ ਲੀਨ ਹੁੰਦੇ ਜਾਣਾ, ਮਨ ਇਕਾਗਰ ਹੋ ਜਾਏਗਾ, ਇਕੱਠਾ ਹੋ ਜਾਏਗਾ। ਕਹਿੰਦੇ ਆਪ ਪ੍ਰਬੋਧੇ, ਆਪਣੇ ਮਨ ਨੂੰ ਦੱਸੇ ਮੈਂ ਕੀ ਬੋਲ ਰਿਹਾ। ਇਹ ਗੁਣ ਦੱਸਿਆ ਵਕਤੇ ਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ। ਕਹਿਣ ਲੱਗੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ। ਅਕਾਲ ਪੁਰਖ ਦੇ ਨਾਮ ਨੂੰ ਆਤਮਾ ਦੇ ਵਿੱਚ ਸੋਧੇ। ਆਤਮਾ ਵਿੱਚ ਚੌਥੇ ਥਾਂ ਤੇ ਸਰੀਰ ਤੋਂ ਪਹਿਲਾ ਸਥਾਨ ਰਸਨਾ, ਦੂਜਾ ਸਥਾਨ ਮਨ, ਤੀਸਰਾ ਸਥਾਨ ਹਿਰਦੈ ਤੇ ਚੌਥਾ ਅਸਥਾਨ ਆਤਮਾ ਵਿੱਚ ਜਿਹੜੀ ਜੜ ਹੈ ਸਾਡੀ ਜ਼ਿੰਦਗੀ, ਉੱਥੇ ਲੈ ਜਾ ਨਾਮ ਨੂੰ। ਉਸ ਥਾਂ ਤੇ ਜਿੱਥੇ ਕੋਈ ਅੱਖਰ ਨਹੀਂ, ਕੋਈ ਭਾਸ਼ਾ ਨਹੀਂ, ਕੋਈ ਵਿਚਾਰ ਨਹੀਂ, ਜਿਸ ਥਾਂ ਤੇ ਆਤਮਾ ਉਹਨੂੰ ਕਹਿੰਦੇ ਨੇ। ਸੁਨ ਸਮਾਧ ਜਿਹਨੂੰ ਕਿਹਾ ਗਿਆ, ਕਿਉਂਕਿ ਇਹ ਤਿੰਨ ਤਲ ਤੇ ਸਨਮੁਖ ਸਿੱਖ ਦੇ ਗੁਰੂ ਅਮਰਦਾਸ ਜੀ ਨੇ ਕਹੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ। ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਸਾਡੇ ਸਰੀਰ ਦੀ ਜਿਹੜੀ ਜੜ ਹੈ, ਜਿੱਥੋਂ ਸਾਡਾ ਸਰੀਰ ਸ਼ੁਰੂ ਹੋਇਆ, ਆਰੰਭਤਾ ਹੋਈ ਜਿਸ ਥਾਂ ਤੋਂ, ਉੱਥੇ ਨਾਮ ਜਪੇ। ਹੁਣ ਉਸ ਥਾਂ ਤੇ ਕਿਵੇਂ ਜਾਏਗਾ ਜਿੱਥੇ ਕੋਈ ਸ਼ਬਦ ਹੀ ਕੋਈ ਨਹੀਂ, ਕੋਈ ਅੱਖਰ ਹੀ ਨਹੀਂ। ਮਹਾਰਾਜ ਦਸ਼ਮੇਸ਼ ਪਾਤਸ਼ਾਹ, ਉਹਨਾਂ ਦੇ ਕੋਲ ਜਿਸ ਦਿਨ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਜੀ ਆਏ, ਬੜੇ ਪਿਆਰ ਵਾਲੇ ਸਨ। ਨਾਲ ਉਹਨਾਂ ਦੇ ਗੁਰੂ ਕੇ ਸਵਾਰੇ ਉਹ ਬਹੁਤ ਸਾਰੇ ਸ਼ਾਗਿਰਦ ਚੇਲੇ ਸਤਿਗੁਰਾਂ ਨੂੰ ਮਿਲਣ ਵਾਸਤੇ ਆਏ। ਪੀਰ ਬੁੱਧੂ ਸ਼ਾਹ ਜਦੋਂ ਦਰਸ਼ਨ ਕੀਤੇ ਮਨ ਖਿੱਚਿਆ ਗਿਆ। ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਚੇਲੇ ਸਨ ਉਹਨਾਂ ਦੇ। ਤੇ ਵੇਖੋ ਜਦੋਂ ਆ ਕੇ ਮਿਲੇ, ਹੁਣ ਤੁਹਾਨੂੰ ਪਤਾ ਹੈ ਜਿਸ ਬੰਦੇ ਦੇ ਪਿੱਛੇ ਚਾਰ ਬੰਦੇ ਤੁਰਦੇ ਹੋਣ, ਦੂਜੇ ਕੋਲ ਜਾਣਾ ਬੜਾ ਔਖਾ ਹੈ। ਇੱਕ ਅੰਦਰ ਥਾਂ ਬਣ ਜਾਂਦੀ। ਅਗਲਾ ਕਹਿੰਦਾ ਹੈ ਵੀ ਮੈਨੂੰ ਇੰਨੇ ਲੋਕ ਆਉਂਦੇ ਨੇ, ਪਰ ਉਸ ਵਿਅਕਤੀ ਵਿੱਚ ਕਿੰਨੀ ਹਿੰਮਤ ਹੋਵੇਗੀ ਕਿ ਉਹ ਇੰਨੀ ਅਸਵਰਜ ਏਡਾ ਵੱਡਾ ਡੇਰਾ ਹੁੰਦਿਆਂ ਵੀ ਗੁਰੂ ਸਾਹਿਬ ਨੂੰ ਮਿਲਣ ਗਏ। ਜਦੋਂ ਮਿਲੇ, ਹੁਣ ਮਨ ਵਿੱਚ ਆਇਆ ਵੀ ਨਮਸਕਾਰ ਨਾ ਕਰਾਂ, ਹੱਥ ਮਿਲਾਵਾਂ। ਸੱਚੇ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਪਿਆਰ ਵਿੱਚ ਸਨ, ਕਿਉਂਕਿ ਗੁਰੂ ਨੂੰ ਲੋੜ ਨਹੀਂ ਕਿਸੇ ਨੂੰ ਆਪਣੇ ਅੱਗੇ ਝੁਕਾਉਣ ਦੀ। ਉਹ ਤੇ ਹਮੇਸ਼ਾ ਚਾਹੁੰਦੇ ਵੀ ਕਿਸੇ ਦਾ ਕਿਸੇ ਤਰੀਕੇ ਦੇ ਨਾਲ ਵੀ ਭਲਾ ਹੋ ਜਾਏ, ਪਰ ਅੰਦਰ ਬੜਾ ਸ਼ੁੱਧ ਸੀ। ਇਸ ਕਰਕੇ ਵੇਖਿਆ ਉਮਰ ਵਿੱਚ ਵੀ ਫਰਕ ਬੜਾ ਸੀ। ਕਲਗੀਧਰ ਪਾਤਸ਼ਾਹ ਦੀ 21 ਸਾਲ ਉਮਰ, 22 ਸਾਲ ਤੁਸੀਂ ਖਿਆਲ ਕਰੋ। ਤੇ ਸਤਿਗੁਰਾਂ ਦਾ ਚਿਹਰਾ ਵੇਂਦਿਆਂ ਮਨ ਉਧਰੋਂ ਹਟਦਾ ਨਹੀਂ ਪੀਰ ਬੁੱਧੂ ਸ਼ਾਹ ਦਾ। ਤੇ ਪੀਰ ਜੀ ਦੀ ਉਮਰ ਹੋਵੇਗੀ ਕੋਈ 48 ਸਾਲ ਦੇ ਕਰੀਬ। ਉਮਰ ਦਾ ਵੀ ਫਰਕ ਸੀ। ਪਿੱਛੇ ਇੰਨੇ ਲੋਕ ਵੀ ਤੁਰ ਕੇ ਆਏ ਤੇ ਸਤਿਗੁਰਾਂ ਨੇ ਵੇਖ ਲਿਆ। ਆਮ ਤੌਰ ਤੇ ਹਜ਼ੂਰ ਕਿਸੇ ਨਾਲ ਹੱਥ ਨਹੀਂ ਸੀ, ਹੱਥ ਦਸਤੀ ਨਹੀਂ ਸੀ ਕਰਦੇ, ਹੱਥ ਨਹੀਂ ਸੀ ਮਿਲਾਉਂਦੇ, ਤੀਰ ਰੱਖਦੇ ਸੀ ਹੱਥ ਵਿੱਚ। ਜ਼ਿਆਦਾਤਰ ਉਹ ਤੀਰ ਛੁਹਾਉਂਦੇ ਸੀ, ਆਪਣਾ ਤੀਰ ਲਾਉਂਦੇ ਸੀ। ਪਰ ਅੱਜ ਤਰੁੱਠ ਪਏ, ਰਹਿਮਤ ਵਿੱਚ ਆ ਗਏ ਤੇ ਪੀਰ ਜੀ ਦਾ ਹੱਥ ਫੜ ਲਿਆ ਆਪਣੇ ਹੱਥ ਵਿੱਚ, ਸਤਿਕਾਰ ਦਿੱਤਾ, ਬਿਠਾਇਆ। ਠੰਡ ਪਈ ਮਨ ਨੂੰ ਤੇ ਪੁੱਛਿਆ, ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕੋਈ ਖੁਦਾ ਦੇ ਘਰ ਦੀ ਗੱਲ ਦੱਸੋ, ਉਹਦੇ ਚਰਨਾਂ ਨੂੰ ਹੱਥ ਕਿਵੇਂ ਪਵੇ।
ਤੇ ਸਤਿਗੁਰਾਂ ਨੇ ਕਿਹਾ, ਪੀਰ ਜੀ ਤੁਹਾਡੇ ਨਾਲ ਤੇ ਇੰਨੇ ਲੋਕ ਨੇ, ਤੁਹਾਡਾ ਤੇ ਹੱਥ ਪਿਆ ਹੀ। ਕਹਿੰਦੇ ਨਹੀਂ, ਇਹ ਤਾਂ ਇੱਕ ਮੈਂ ਰਾਹ ਵਿੱਚ ਹਾਂ, ਮੇਰੇ ਕੋਲ ਲੋਕ ਆਉਂਦੇ, ਇਹ ਗੱਲ ਸੱਚ ਹੈ, ਪਰ ਮੇਰਾ ਉਸ ਥਾਂ ਤੇ ਗੱਲ ਨਹੀਂ ਗਈ ਜਿੱਥੇ ਜਾ ਕੇ ਮਨ ਛੱਡਣਾ ਹੀ ਨਹੀਂ ਚਾਹੁੰਦਾ, ਲੀਨ ਹੋ ਜਾਂਦਾ। ਨਾਨਕ ਲੀਨ ਭਇਓ ਗੋਬਿੰਦ ਸਿਉ। ਅਜੇ ਕਹਿੰਦੇ ਪਾਣੀ ਨਾਲ ਪਾਣੀ ਨਹੀਂ ਹੋਇਆ, ਕੋਈ ਗੱਲ ਦੱਸੋ। ਤੇ ਸਤਿਗੁਰੂ ਕਹਿੰਦੇ ਜੀ ਨਮਾਜ਼ ਪੜ੍ਹਦੇ ਹੋ? ਕਹਿੰਦੇ ਮਹਾਰਾਜ ਸਾਰੀ ਉਮਰ ਨਮਾਜ਼ ਪੜ੍ਹਦੇ ਲੰਘ ਗਈ। ਕਹਿੰਦੇ ਕਾਹਦੇ ਨਾਲ ਪੜ੍ਹਦੇ ਹੋ? ਕਹਿੰਦੇ ਰਸਨਾ ਨਾਲ ਪੜ੍ਹਦੇ ਆ। ਕਹਿੰਦੇ ਬੜੀ ਚੰਗੀ ਗੱਲ। ਕਹਿੰਦੇ ਹੋਰ ਕਾਹਦੇ ਨਾਲ ਪੜ੍ਹਦੇ ਹੋ? ਕਹਿੰਦੇ ਮਨ ਨਾਲ ਪੜ੍ਹਦੇ ਆ। ਕਹਿੰਦੇ ਮਨ ਨਾਲ ਪੜ੍ਹਦੇ ਹੋ? ਕਹਿੰਦੇ ਅੱਛਾ, ਇਹ ਦੋ ਚੀਜ਼ਾਂ ਨਾਲ ਪੜ੍ਹਦੇ ਹੋ? ਕਹਿੰਦੇ ਹਾਂ। ਕਹਿੰਦੇ ਹੁਣ ਦੋਵਾਂ ਤੋਂ ਬਿਨਾਂ ਪੜ੍ਹੋ, ਨਾ ਰਸਨਾ ਨਾ ਮਨ। ਹੁਣ ਇਹ ਕੰਮ ਬੜਾ ਔਖਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਜਿੱਥੇ ਮਨ ਵੀ ਨਹੀਂ ਉੱਥੇ ਜਪਣਾ। ਕਬੀਰ ਜੀ ਦੇ ਸ਼ਬਦ ਪੜ੍ਹੋ, ਜਹ ਨਹੀਂ ਆਪ ਤਹਾਂ ਹੋਏ ਗਾਵੋ। ਜਿੱਥੇ ਆਪਣਾ ਆਪ ਨਹੀਂ ਰਹਿੰਦਾ ਉੱਥੇ ਹੋ ਕੇ ਗਾਓ। ਕਹਿੰਦੇ ਉਹ ਹੈ ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ। ਜਿੱਤ ਛੂਟਾ, ਇੱਕ ਪਲ ਵਿੱਚ ਬੰਦਾ ਛੁੱਟੇਗਾ, ਔਖਾ ਬੜਾ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ ਤੂੰ ਰਸਨਾ ਨਾਲ ਜਪ, ਰਸਨਾ ਨਾਲ ਜਪ, ਫਿਰ ਮਨ ਉਹਦੇ ਵਿੱਚ ਜੋੜ, ਮਨ ਜੋੜ, ਫਿਰ ਉਹਨੂੰ ਪਿਆਰ ਕਰ। ਤਿੰਨ ਚੀਜ਼ਾਂ ਤੇਰੇ ਕੋਲ ਆ ਜਾਣਗੀਆਂ, ਰਸਨਾ, ਮਨ ਤੇ ਹਿਰਦਾ। ਕਿਉਂਕਿ ਹਿਰਦਾ ਵੱਖਰਾ ਮਨ ਤੋਂ, ਮਨ ਤੇ ਵਿਚਾਰਾਂ ਦਾ ਭਰਿਆ ਹੋਇਆ। ਹਿਰਦੇ ਦਾ ਸੰਬੰਧ ਕੇਵਲ ਪ੍ਰੇਮ ਨਾਲ ਹੈ, ਉੱਥੇ ਕੋਈ ਵਿਚਾਰ ਨਹੀਂ ਹੁੰਦਾ। ਪ੍ਰੇਮ ਦੇ ਨਾਲ ਤੁਸੀਂ ਕਦੀ ਵੇਖਣਾ ਹਿਰਦੇ ਕਿੱਥੇ ਹੈ। ਪੁਰਾਣੇ ਸਮੇਂ ਵਿੱਚ ਜਦੋਂ ਵੀ ਕਿਸੇ ਨੂੰ ਪ੍ਰੇਮ ਪੈਦਾ ਹੋਵੇਗਾ ਤੇ ਉਹ ਹਿਰਦੇ ਦੇ ਵਿੱਚੋਂ ਪੈਦਾ ਹੋਵੇਗਾ, ਤੇ ਹਿਰਦਾ ਬੰਦੇ ਦੀ ਛਾਤੀ ਵਿੱਚ ਹੈ। ਜਿਹੜੇ ਯੋਗੀਆਂ ਨੇ ਸਰੀਰ ਦਾ ਵਿਗਿਆਨ ਕਿਹਾ, ਉਹ ਕਹਿੰਦੇ ਛਾਤੀ ਵਿੱਚ। ਉਂਝ ਦਿਸਦਾ ਵੀ ਏ, ਉਹਨਾਂ ਨੂੰ ਪੁੱਛਣ ਤੋਂ ਬਿਨਾਂ ਵੀ ਆਪ ਜੀ ਦੇ ਤਜਰਬੇ ਵਿੱਚ ਆ ਜਾਏਗਾ। ਤੁਸੀਂ ਕਦੀ ਵੇਖਣਾ ਇੱਕ ਮਾਂ ਆਪਣੇ ਬੱਚੇ ਨੂੰ ਖਿਡਾ ਰਹੀ ਏ, ਬੜੇ ਪਿਆਰ ਵਿੱਚ ਜਦੋਂ ਚਲੀ ਜਾਏ ਤੇ ਉਹਦਾ ਸਿਰ ਫੜ ਕੇ ਆਪਣੇ ਮੱਥੇ ਨੂੰ ਨਹੀਂ ਲਾਏਗੀ, ਛਾਤੀ ਨੂੰ ਲਾਏਗੀ। ਕਿਉਂਕਿ ਪਿਆਰ ਦਾ ਕੇਂਦਰ ਜਿਹੜਾ ਹਿਰਦਾ ਹੈ, ਮੱਥਾ ਨਹੀਂ ਪਿਆਰ ਦਾ ਕੇਂਦਰ। ਕਦੀ ਜਦੋਂ ਕੋਈ ਮਿਲੇਗਾ ਕਿਸੇ ਦਾ ਮੱਥੇ ਨੂੰ ਮੱਥਾ ਕੋਈ ਨਹੀਂ ਲਾਏਗਾ, ਕਿਉਂਕਿ ਮੱਥਾ ਤੇ ਵਿਚਾਰਾਂ ਦਾ ਘਰ ਹੈ, ਉਹ ਤੇ ਤੋਲਦਾ, ਉਹ ਤੇ ਤੱਕੜੀ ਹੈ। ਹਿਰਦਾ ਪ੍ਰੇਮ ਦਾ ਸੂਰਤ ਹੈ। ਆ ਹੁਣ ਤੇ ਚੀਜ਼ਾਂ ਖਤਮ ਹੋ ਗਈਆਂ ਸਾਡੇ ਸੱਭਿਆਚਾਰ ਵਿੱਚ। ਮੈਂ ਆਪ ਵੇਖਿਆ ਜਦੋਂ ਸਾਡੇ ਬਜ਼ੁਰਗ ਇੱਕ ਦੂਜੇ ਨੂੰ ਮਿਲਦੇ ਸੀ, ਹੱਥ ਮਿਲਾਉਂਦੇ ਤੇ ਹੱਥ ਮਿਲਾ ਕੇ ਫਿਰ ਆਪਣੀ ਛਾਤੀ ਨੂੰ ਲਾਉਂਦੇ ਸੀ। ਮੈਂ ਇੱਕ ਦਿਨ ਪੁੱਛਿਆ ਕੀ ਗੱਲ? ਕਹਿੰਦੇ ਸਾਰੇ ਲਾਉਂਦੇ, ਅਸੀਂ ਵੀ ਲਾ ਦਿੰਦੇ, ਪਰ ਪਤਾ ਨਹੀਂ ਕਿਉਂ ਲਾਉਂਦੇ ਨੇ। ਉਹਦਾ ਮਤਲਬ ਮੈਂ ਤੈਨੂੰ ਦਿਲੋਂ ਪਿਆਰ ਕਰਨਾ, ਹਿਰਦੇ ਤੋਂ। ਜਦੋਂ ਕੋਈ ਡੂੰਘੇ ਪ੍ਰੇਮ ਵਿੱਚ ਜਾਂਦਾ ਉਦੋਂ ਦਿਮਾਗ ਨਹੀਂ ਉੱਥੇ ਹੋਏਗਾ, ਮਨ ਨਹੀਂ ਹੋਵੇਗਾ। ਇਸ ਲਈ ਕੰਮ ਤੇ ਮਨ ਤੋਂ ਸ਼ੁਰੂ ਹੋਏਗਾ, ਕੰਮ ਤੇ ਮੱਥੇ ਤੋਂ ਸ਼ੁਰੂ ਹੋਏਗਾ। ਬਾਣੀ ਪੜ੍ਹ ਕੇ ਵੇਖੋ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਹੀਰਾ ਰਤਨ ਨਾਮ ਹਰ ਵਸਿਆ। ਧਿਆਨ ਦਿਓ, ਕਹਿੰਦੇ ਨਾਮ ਦਾ ਰਤਨ ਮੇਰੇ ਹਿਰਦੇ ਵਿੱਚ ਵਸ ਗਿਆ। ਪਰ ਗੁਰੂ ਨੇ ਹੱਥ ਕਿੱਥੇ ਰੱਖਿਆ? ਕਹਿੰਦੇ ਗੁਰ ਹਾਥ ਧਰਿਓ ਮੇਰਾ ਮਾਥਾ। ਮਾਥਾ ਦਿਮਾਗ, ਮਨ। ਗੁਰੂ ਨੇ ਪਹਿਲਾਂ ਸਮਝਾਇਆ, ਉੱਥੇ ਦਿਮਾਗ ਹੀ ਕੰਮ, ਉੱਥੇ ਮਨ ਚਾਹੀਦਾ, ਉੱਥੇ ਅਕਲ ਚਾਹੀਦੀ ਹੈ, ਉੱਥੇ ਖਿਆਲ ਚਾਹੀਦੇ ਨੇ, ਉੱਥੇ ਵਿਚਾਰਧਾਰਾ ਚਾਹੀਦੀ। ਵਿਚਾਰਧਾਰਾ ਉਦੋਂ ਸਟਰੋਂਗ ਹੋ ਜਾਏਗੀ ਤਾਂ ਫਿਰ ਉਹ ਅੰਦਰ ਹਿਰਦੇ ਵਿੱਚ ਟਿਕੇਗਾ, ਉੱਥੇ ਫਿਰ ਵਿਚਾਰ ਨਹੀਂ ਰਹਿੰਦੇ, ਵਿਚਾਰਾਂ ਤੋਂ ਖਾਲੀ। ਜਿਵੇਂ ਕੱਲ ਤੁਸੀਂ ਨਵਾਂ ਸਾਲ ਮਨਾਇਆ, ਉਹ ਕਾਲ ਦੀ ਦੁਨੀਆ, ਵਿਚਾਰਾਂ ਦੀ ਦੁਨੀਆ। ਕਾਲ ਤੋਂ ਅਕਾਲ ਤੱਕ ਜਾਣਾ ਸਿੱਖਣਾ, ਕਾਲ ਤੋਂ ਅੱਗੇ ਨਿਕਲਣਾ। ਤੇ ਸਤਿਗੁਰੂ ਨੇ ਕਿਹਾ, ਕਹਿੰਦੇ ਹੁਣ ਤੁਸੀਂ ਕਹਿੰਦੇ ਬਿਨਾਂ ਮਨ ਤੋਂ ਜਪੋ, ਆਪਣੇ ਖੁਦਾ ਨੂੰ ਯਾਦ ਕਰੋ। ਕਹਿੰਦੇ ਉਹ ਕਾਹਦੇ ਨਾਲ? ਕਹਿੰਦੇ ਉਹ ਸ਼ਬਦ ਨਾਲ ਯਾਦ ਕਰੋ, ਜਿੱਥੇ ਮਨ ਵੀ ਕੋਈ ਨਹੀਂ ਰਹਿੰਦਾ। ਮਨ ਲੀਨ ਹੋ ਗਿਆ, ਮਨ ਤੇ ਹੈ ਹੀ ਨਹੀਂ ਉੱਥੇ। ਉਸ ਥਾਂ ਤੇ ਕਹਿੰਦੇ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਿਹਨੂੰ ਬਸੰਤ ਕੀ ਵਾਰ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਚਰਨ ਜਪਾਇਓ ਨ ਵਿੱਚ ਦਇਓ ਖੜੋਵਾ। ਵਿੱਚ ਖਲੋ ਗਿਆ। ਇੱਕ ਰੱਬ ਦੇ ਪਿਆਰੇ ਸਾਧ ਸੰਗਤ ਸੰਥਿਆ ਦਿੰਦੇ ਸਨ, ਵਿਦਿਆ ਦਿੰਦੇ ਸਨ, ਤੇ ਇੱਕ ਦਿਨ ਉਹਨਾਂ ਦਾ ਜਿਹੜਾ ਸ਼ਾਗਿਰਦ ਵਿਦਿਆਰਥੀ ਸੀ ਉਹਨੂੰ ਸ਼ੱਕ ਪੈ ਗਿਆ। ਜਿਵੇਂ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਵੀ ਆਪਣੀ ਆਪਣੀ ਥਾਂ ਅਵਸਥਾ ਹੈ। ਹੁਣ ਉਹ ਕਈ ਸਾਲਾਂ ਦੇ ਕੁਮਾਰ ਐ, ਸਾਨੂੰ ਨਵਾਂ ਆਇਆ,
ਤਾਂ ਇੱਕ ਦਿਨ ਉਹਨੂੰ ਭੁਲੇਖਾ ਪਿਆ ਵੀ ਸ਼ਾਇਦ ਇਹ ਬਾਣੀ ਪੜ੍ਹਦੇ ਨੇ, ਨਿਤਨੇਮ ਨਹੀਂ ਕਰਦੇ, ਕਿਉਂਕਿ ਉਹ ਆਪਣੇ ਢੰਗ ਨਾਲ ਕਰਦੇ ਸੀ, ਆਵਾਜ਼ ਨਹੀਂ ਸੀ ਆਉਂਦੀ। ਉਹਨੂੰ ਕਹਿੰਦੇ ਸੀ ਬੋਲ ਕੇ ਕਰ, ਬੋਲ ਕੇ ਕਰ, ਉੱਚੀ ਕਰ, ਇੱਕ ਇੱਕ ਅੱਖਰ ਬੋਲ। ਉਹਨੇ ਇੱਕ ਦਿਨ ਪਿਆਰ ਨਾਲ ਪੁੱਛਿਆ, ਜੀ ਤੁਸੀਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰਦੇ ਹੋ, ਸ਼ੁਰੂ ਤੇ ਕਰ ਦਿੰਦੇ ਹੋ, ਪਹਿਲੀ ਪੌੜੀ ਮੂਲ ਮੰਤਰ ਪੜ੍ਹਿਆ, 2-3 ਪੌੜੀਆਂ, ਫਿਰ ਚੁੱਪ ਕਿਉਂ ਕਰ ਜਾਂਦੇ? ਇੱਕੋ ਹੀ ਪੌੜੀ ਪੜ੍ਹਦੇ ਹੋ, ਇੱਕ ਪੌੜੀ ਪੜ੍ਹਦੇ ਹੋ। ਕਹਿਣ ਲੱਗੇ ਹਾਂ ਮੈਂ ਇੱਕੋ ਹੀ ਪੌੜੀ ਪੜ੍ਹਨਾ। ਕਹਿੰਦੇ ਬਾਕੀ ਨਹੀਂ ਪੜ੍ਹਦਾ? ਬਾਕੀ ਨਹੀਂ ਪੜ੍ਹਦੇ, ਸਾਨੂੰ ਤੇ ਕਹਿੰਦੇ ਪੂਰਾ ਪੜ੍ਹੋ, ਜੇ ਇੱਕ ਅੱਖਰ ਵੀ ਰਹਿ ਗਿਆ ਤੇ ਅਧੂਰਾ ਹੈ। ਕਹਿੰਦੇ ਭਾਈ ਮੈਂ ਇੱਕੋ ਹੀ ਪੌੜੀ ਪੜ੍ਹਨਾ। ਕਹਿੰਦੇ ਫਿਰ ਗਲਤ ਨਹੀਂ ਪੜ੍ਹਦੇ? ਕਹਿਣ ਲੱਗੇ ਹੁਣ ਮੈਨੂੰ ਇੱਕੋ ਹੀ ਪੜ੍ਹਨੀ ਪੈਂਦੀ ਹੈ, ਬਾਕੀ ਦੀਆਂ ਗੁਰੂ ਨਾਨਕ ਸਾਹਿਬ ਆਪ ਹੀ ਪੜ੍ਹਦੇ ਨੇ। ਵਿੱਚ ਟਿਕ, ਵਿੱਚ ਜਦੋਂ ਟਿਕ ਜਾਏ ਗੁਰੂ ਆਪਣਾ ਆਪ, ਜਦੋਂ ਉਹਦੇ ਵਿੱਚ ਤੂੰ ਬਣ ਗਿਆ, ਉਹ ਆਪ ਹੀ ਬੋਲਣ ਵਾਲਾ, ਆਪ ਹੀ ਕਰਨ ਵਾਲਾ, ਜਿਸ ਨੂੰ ਕਬੀਰ ਜੀ ਕਹਿੰਦੇ ਤੂੰ ਤੂੰ ਕਰਤਾ ਤੂੰ ਹੁਆ, ਤੂੰ ਤੂੰ ਕਰਤਾ ਤੂੰ ਹੁਆ, ਤੂੰ ਤੂੰ ਕਰਤਾ, ਤੂੰ ਤੂੰ ਕਰਤਾ ਤੂੰ ਹੁਆ, ਤੂੰ ਤੂੰ ਕਰਤਾ ਤੂੰ ਹੁਆ। मुझ में रहा न हूँ, मुझ में रहा न हूँ, मुझ में रहा न, तू तू करता तू हुआ, तू तू करता तू हुआ। ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਹੁਣ ਆਪਣੇ ਆਪ ਨੂੰ ਛੱਡੋ, ਆਪਣੇ ਆਪ ਨੂੰ ਗਵਾਓ, ਆਪਣੇ ਆਪ ਨੂੰ ਗਵਾ ਕੇ ਨਮਾਜ਼ ਪੜ੍ਹੋ। ਬੜਾ ਕਠਿਨ ਹੈ, ਬੜਾ ਔਖਾ ਹੈ। ਤੇ ਸਤਿਗੁਰੂ ਕਹਿ ਰਹੇ ਨੇ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਪੰਡਤ ਉਹ ਮੇਰੇ ਘਰ ਦਾ ਜਿਹੜਾ ਆਪ ਨਹੀਂ ਕੁਝ ਕਰਦਾ, ਆਪ ਨਹੀਂ ਕੁਝ ਬੋਲਦਾ। ਜਿੱਥੋਂ ਉਹ ਆਪ ਚੁੱਪ ਹੋ ਗਿਆ, ਉੱਥੋਂ ਗੁਰੂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਗੁਰੂ ਮੁਖ, ਇਹ ਲਫ਼ਜ਼ ਬਹੁਤ ਪਿਆਰਾ ਹੈ। ਗੁਰੂ ਮੁਖ, ਗੁਰੂ ਦਾ ਮੂੰਹ। ਜਿਸ ਮਨੁੱਖ ਨੇ ਆਪਣੇ ਆਪ ਨੂੰ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ ਤੇ 4 ਭਗਤ ਆਏ ਲਾਹੌਰ ਤੋਂ, ਸਾਰਿਆਂ ਦੇ ਕੋਲ ਆਪੋ ਆਪਣੀ ਕਵਿਤਾ ਸੀ, ਆਪਣੋ ਆਪਣੀ ਬਾਣੀ ਸੀ। ਕਾਨਾ, ਪੀਲੂ, ਛੱਜੂ ਤੇ ਹੁਸੈਨ ਹਜੂਰ ਅੰਦਰ ਸਨ। ਤੇ ਸੁਣਿਆ ਗਿਆ ਵੀ ਲਾਹੌਰ ਤੋਂ ਆਏ ਨੇ। ਸਤਿਗੁਰਾਂ ਨੇ ਕਿਹਾ ਬੁਲਾਓ ਅੰਦਰ। ਭੇਜਿਆ। ਕਹਿੰਦੇ ਮਹਾਰਾਜ ਸੁਣਿਆ ਤੁਸੀਂ ਗ੍ਰੰਥ ਬਣਾ ਰਹੇ ਹੋ। ਕਹਿੰਦੇ ਹਾਂ। ਦੱਸੋ। ਕਹਿੰਦੇ ਸਾਡੀ ਬਾਣੀ ਚੜਾਓ ਇਹਦੇ ਵਿੱਚ। ਸਤਿਗੁਰੂ ਨੇ ਕਿਹਾ ਭਾਈ ਇੱਥੇ ਕਿਸੇ ਮਨੁੱਖ ਦੀ ਬਾਣੀ ਨਹੀਂ ਚੜ੍ਹਦੀ, ਇਹਦੀ ਇਹ ਕਸਵੱਟੀ। ਇੱਕ ਗ੍ਰੰਥ ਇਸ ਤਰ੍ਹਾਂ ਦਾ ਜਿਹਦੇ ਵਿੱਚ ਕਿਸੇ ਬੰਦੇ ਦੀ ਬਾਣੀ ਨਹੀਂ। ਕਹਿੰਦੇ ਤੇ ਆਹ ਜਿਹੜੇ ਸਾਰੇ ਤੁਸੀਂ ਕਬੀਰ, ਫਰੀਦ, ਰਵਿਦਾਸ ਇਕੱਠੇ ਕਰ ਦਿੱਤੇ, ਇਹ ਮਨੁੱਖ ਨਹੀਂ ਤੇ ਹੋਰ ਕੀ ਨੇ? ਕਹਿਣ ਲੱਗੇ ਤੇ ਤੁਹਾਨੂੰ ਭੁਲੇਖਾ ਹੈ। ਅਸੀਂ ਸਿਰਫ ਉਹਨਾਂ ਭਗਤਾਂ ਦੀ ਬਾਣੀ ਚੜ੍ਹਾਈ ਹੈ ਜਿਹੜੇ ਤੂੰ ਕਰਦੇ ਤੂੰ ਹੋ ਗਏ ਨੇ, ਜਿਹੜੇ ਆਪ ਬੋਲੇ ਨਹੀਂ, ਆਪ ਚੁੱਪ ਕਰ ਗਏ। ਆਪਣੇ ਆਪੇ ਨੂੰ ਉਹਨਾਂ ਨੇ ਚੁੱਪ ਕਰਾ ਦਿੱਤਾ ਵਿੱਚੋਂ। ਮੈਂ ਨਹੀਂ ਬੋਲਦੀ, ਉਹ ਹੀ ਕਰਦਾ ਸਾਰਾ ਕੁਝ। ਹੋਰ ਇੱਥੇ ਕਿਸੇ ਮਨੁੱਖ ਦੀ ਬਾਣੀ ਨਹੀਂ, ਕਿਸੇ ਆਦਮੀ ਦੀ ਬਾਣੀ ਨਹੀਂ, ਇੱਥੇ ਕਿਸੇ ਗੁਰੂ ਦੀ ਵੀ ਬਾਣੀ ਨਹੀਂ। ਤਾਂ ਹੀ ਤੇ ਬਾਣੀ ਦੇ ਵਿੱਚ ਬਾਣੀ ਨੂੰ ਕੀ ਕਿਹਾ ਗਿਆ? ਇਹ ਨਹੀਂ ਕਿਹਾ। ਇਹ ਤੇ ਅਸੀਂ ਸਤਿਕਾਰ ਵਜੋਂ ਕਹਿੰਦੇ ਆ ਨਾ ਵੀ ਆਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ, ਆਹ ਸ਼ਬਦ ਗੁਰੂ ਅੰਗਦ ਦੇਵ ਜੀ ਦਾ ਹੈ, ਆਹ ਕਬੀਰ ਜੀ ਦਾ ਸ਼ਬਦ ਹੈ। ਪਰ ਜਦੋਂ ਸਮੁੱਚੇ ਤੌਰ ਤੇ ਪੁੱਛਨੇ ਆ ਤੇ ਹਜ਼ੂਰ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਮੇਰਾ ਇਹਦੇ ਵਿੱਚ ਹੈ ਹੀ ਕੁਝ ਨਹੀਂ। ਜਦੋਂ ਅੰਦਰ ਖਾਲੀ ਹੋ ਜਾਏਗਾ, ਕੇਵਲ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ, ਸਚਾਈ ਹੈ ਜੇ ਗੁਰੂ ਕੇ ਸਵਾਰਿਓ। ਜਿੱਦਣ ਸਾਡੇ ਅੰਦਰੋਂ ਵੀ ਹਉਮੈ ਖਤਮ ਹੋ ਜਾਏਗੀ,
ਗੁਰੂ ਗ੍ਰੰਥ ਸਾਹਿਬ ਸਾਡੇ ਰਾਹੀਂ ਬੋਲਣ ਲੱਗ ਪੈਣਗੇ। ਬਸ ਜਿੱਦਣ ਵਿੱਚ ਅਸੀਂ ਆ ਗਏ, ਉਹਨੇ ਕਿਹਾ ਹੁਣ ਤੂੰ ਇਕੱਲਾ ਹੀ ਬੋਲ, ਮੈਂ ਨਹੀਂ ਬੋਲਦਾ ਤੇਰੇ ਨਾਲ। ਜਿੱਦਣ ਅਸੀਂ ਅੰਦਰੋਂ ਆਪਣੇ ਆਪ ਨੂੰ ਕੱਢ ਦਿੱਤਾ, ਗੁਰਮਤ ਦੀ ਵਿਆਖਿਆ ਹੈ ਕੀ ਸੀ, ਗੁਰਮਤ ਦੀ ਵਿਆਖਿਆ ਹੋ ਕੀ ਗਈ, ਬਸ ਇੱਥੇ ਗੱਲ ਖਲੋ ਗਈ। ਵਿਦਿਆ ਦਾ ਇਕੱਲੀ ਦਾ ਵਿਸ਼ਾ ਨਹੀਂ ਸੀ ਇਹ। ਤਾਂ ਜੇ ਕੋਈ ਆਪਣੇ ਆਪ ਨੂੰ ਗਵਾ ਦਿੰਦਾ, ਕੋਈ ਵੀ ਹੋਵੇ, ਕਿਉਂਕਿ ਹੋਰ ਕਬੀਰ ਜੀ ਨੇ ਕਿਤੇ ਵਿਦਿਆ ਥੋੜੀ ਲਈ ਹੈ। ਆਪ ਜੀ ਹੈਰਾਨ ਹੋਵੋਗੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਾਣੀ 30 ਰਾਗਾਂ ਵਿੱਚ ਹੈ। 30 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ 31 ਰਾਗ ਆਏ ਨੇ, ਸਾਰੀਆਂ ਰਾਗਾਂ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਤੇ ਆਪ ਜੀ ਦੇ ਇਤਿਹਾਸ ਵਿੱਚ, ਜੀਵਨ ਵਿੱਚ ਕਿਤੇ ਨਹੀਂ ਮਿਲਦਾ ਵੀ ਉਹਨਾਂ ਨੇ ਕਿਤੇ ਜਾ ਕੇ ਕਿਸੇ ਰਾਗੀ ਉਸਤਾਦ ਦੇ ਕੋਲੋਂ ਰਾਗ ਸਿੱਖਿਆ ਹੋਵੇ। ਇਹ ਵੱਖਰੀ ਗੱਲ ਹੈ, ਉੱਥੇ ਸਿੱਖਾਂ ਦੀ ਸੰਗਤ ਕੀਤੀ, ਭਾਈ ਸੱਤਾ ਬਲਵੰਡਾ ਇਤਿਆਦਿਕ, ਭਾਈ ਮਰਦਾਨਾ ਜੀ ਰਾਗ ਗਾਉਂਦੇ ਸਨ। ਪਰ ਹੋਇਆ ਕੀ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਦੋਂ ਅੰਦਰ ਖਾਲੀ ਹੋ ਗਿਆ, ਪਰਮਾਤਮਾ ਤੇ ਲੱਭਦਾ ਫਿਰਦਾ, ਮੈਂ ਕਿਸੇ ਦੇ ਰਾਹੀਂ ਬੋਲਾਂ, ਉਹਨੂੰ ਤੇ ਲੱਭਦਾ ਕੋਈ ਨਹੀਂ, ਸਾਰੇ ਆਪੋ ਆਪਣਾ ਕਬਜ਼ਾ ਕਰਕੇ ਬੈਠੇ। ਉਹਨੇ ਸਰੀਰ ਬਣਾਇਆ ਸੀ ਆਪਣੇ ਵੇਖਣ ਵਾਸਤੇ, ਆਪਣੇ ਰਹਿਣ ਵਾਸਤੇ, ਆਪਣੇ ਬੋਲਣ ਵਾਸਤੇ। ਬੜੇ ਘੱਟ ਲੋਕ ਨੇ ਜਿਨ੍ਹਾਂ ਨੇ ਉਹਨੂੰ ਬੋਲਣ ਦਾ ਮੌਕਾ ਦਿੱਤਾ ਹੈ। ਜਦੋਂ ਇਹ ਚਾਰੇ ਭਗਤ ਬਾਣੀ ਲੈ ਕੇ ਆਏ ਤੇ ਸਤਿਗੁਰੂ ਨੇ ਕਿਹਾ ਵੀ ਇੱਥੇ ਕਿਸੇ ਆਦਮੀ ਦੀ ਬਾਣੀ ਨਹੀਂ ਚੜੇਗੀ ਇਸ ਗ੍ਰੰਥ ਦੇ ਵਿੱਚ। ਜਿਹੜੇ ਮਿਟ ਗਏ, ਜਿਹੜੇ ਗਵਾਚ ਗਏ, ਜਿਨ੍ਹਾਂ ਨੇ ਆਪਣਾ ਆਪਾ ਗਵਾ ਦਿੱਤਾ, ਜੋ ਖਾਲੀ ਹੋ ਗਏ, ਜੋ ਬੰਸਰੀ ਵਰਗੇ ਹੋ ਗਏ, ਜਿਨ੍ਹਾਂ ਨੇ ਵਿੱਚੋਂ ਮੈਂ ਨੂੰ ਕੱਢ ਦਿੱਤਾ, ਜਿਨ੍ਹਾਂ ਦੇ ਵਿੱਚੋਂ ਰੱਬ ਬੋਲਿਆ। ਇਉਂ ਕਹਿ ਲਓ ਵੀ ਇਹ ਰੱਬ ਦੀ ਬਾਣੀ ਏ, ਇਹ ਕਿਸੇ ਹੋਰ ਮਨੁੱਖ ਦੀ ਬਾਣੀ ਹੈ ਨਹੀਂ। ਇਹਦੇ ਵਿੱਚ ਪਰਮਾਤਮਾ ਦੀ ਆਵਾਜ਼ ਹੈ। ਜਦੋਂ ਉਹ ਬੋਲਿਆ, ਗੁਰੂ ਅਰਜਨ ਦੇਵ ਪਾਤਸ਼ਾਹ ਖੁਦ ਕਹਿੰਦੇ ਨੇ ਕਿ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਵੇਖੋ, ਅੱਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ, ਜਿੰਨਾ 1430 ਅੰਗ ਨੇ, 1430 ਅੰਗਾਂ ਦੇ ਵਿੱਚ ਅੱਧਾ ਸਰੂਪ ਇਕੱਲੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਹੈ। ਇਸੇ ਕਰਕੇ ਉਹਨਾਂ ਨੂੰ ਇਹ ਬਖਸ਼ਿਸ਼ ਦਿੱਤੀ ਸੀ। ਉਹਨਾਂ ਦੇ ਨਾਨੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਇਹ ਬਾਣੀ ਕਾ ਬੋਝਾ ਹੈ, ਬਾਣੀ ਦਾ ਜਹਾਜ਼ ਹੈ। ਇਹ ਕੋਈ ਗੱਲ ਕਰੇਗਾ, ਤੁਰਦਾ ਸਧਾਰਨ ਵੀ ਗੱਲ ਕਰੇਗਾ, ਉਹ ਹੀ ਬਾਣੀ ਬਣ ਜਾਏਗੀ। ਕਿਉਂਕਿ ਸਤਿਗੁਰੂ ਤੇ ਉਹਨਾਂ ਨੇ ਆਪਣਾ ਆਪ ਸੌਂਪ ਦਿੱਤਾ। ਨਾਲੇ ਪਰਮਾਤਮਾ ਦਾ ਸੰਵਿਧਾਨ ਵੀ ਇਹ ਹੈ, ਉਹਦਾ ਸਿਧਾਂਤ ਵੀ ਇਹ ਹੈ। ਬਸ ਦੁਨੀਆ ਦੀ ਕਲਾ ਵਿੱਚ ਤੇ ਰੱਬ ਦੇ ਪਿਆਰ ਵਿੱਚ ਇੱਕੋ ਹੀ ਫਰਕ ਹੈ। ਕੁਦਰਤ ਇਸ ਗਿਆਨ ਨੂੰ ਨਹੀਂ ਮੰਨਦੀ ਜਿਹੜਾ ਦਿਮਾਗ ਤੋਂ ਆਉਂਦਾ ਹੈ। ਕੁਦਰਤ ਉਸ ਗਿਆਨ ਨੂੰ ਮੰਨਦੀ ਹੈ ਜੋ ਹਿਰਦੇ ਵਿੱਚੋਂ ਪੈਦਾ ਹੁੰਦਾ ਹੈ। ਕੁਦਰਤ ਪਰਮਾਤਮਾ ਇਹ ਦਰ ਜਿਹੜਾ ਹੈ, ਕਿਸੇ ਬਣੀ ਚੀਜ਼ ਨੂੰ ਪ੍ਰਵਾਨ ਨਹੀਂ ਕਰਦਾ। ਇੱਥੇ ਨਿਤ ਨਵਾਂ ਹੈ। ਇੱਥੇ ਸਿਰਫ ਇੱਕੋ ਹੀ ਤੇ ਚੀਜ਼ ਹੈ ਜਿਹੜੀ ਰੈਡੀਮੇਡ ਨਹੀਂ, ਦੁਨੀਆ ਵਿੱਚ ਬਣੀ ਬਣਾਈ ਨਹੀਂ ਮਿਲਦੀ, ਆਪ ਤਿਆਰ ਕਰਨੀ ਪੈਂਦੀ ਹੈ। ਕਿਉਂਕਿ ਜਿੰਨੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਹ ਸਾਰੀਆਂ ਪੁਰਾਣੀਆਂ ਹੋ ਜਾਂਦੀਆਂ। ਆ ਨਵਾਂ ਸਾਲ ਕੱਲ੍ਹ ਚੜ੍ਹਿਆ ਸੀ, ਅੱਜ ਪੁਰਾਣਾ ਵੀ ਹੋ ਗਿਆ। ਇੱਕ ਦਿਨ ਨਿਕਲ ਗਿਆ, ਇੱਕ ਦਿਨ ਪੁਰਾਣਾ ਹੋ ਗਿਆ ਵਿੱਚੋਂ। ਇਸ ਤਰ੍ਹਾਂ ਹੁੰਦੇ ਜਾਣਗੇ ਸਾਰੇ ਸਾਲ ਪੁਰਾਣੇ। ਬਸ ਇੱਕ ਚੀਜ਼ ਪੁਰਾਣੀ ਨਹੀਂ ਹੋਏਗੀ। ਜਿੱਥੋਂ ਮੈਂ ਕੱਲ੍ਹ ਵਿਸ਼ਾ ਛੱਡਿਆ ਸੀ ਥੋੜ੍ਹਾ ਜਿਹਾ ਉਹ ਕਹਿਣਾ ਚਾਹੁੰਦਾ। ਭਾਈ ਗੁਰਦਾਸ ਜੀ ਨੇ ਇੱਕ ਹੋਰ ਥਾਂ ਤੇ 5-6 ਉਦਾਹਰਨਾਂ ਦਿੱਤੀਆਂ ਨੇ। ਸਾਰੀਆਂ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਹਨ। ਉਹਨਾਂ ਨੇ ਉਦਾਹਰਨ ਦਿੱਤੀ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਕਹਿੰਦੇ ਦੀਵਾਲੀ ਦੀ ਸ਼ਾਮ ਵੇਖੋ, ਬਨੇਰਿਆਂ ਤੇ ਦੀਵੇ ਬਾਲੇ, ਜਗਮਗ ਬੜੀ ਹੋਈ, ਉਹਦੇ ਵਿੱਚ ਤੇਲ ਪਾਇਆ, ਬੱਟੀ ਪਾਈ, ਬੜਾ ਸੋਹਣਾ ਲੱਗਦਾ ਹੈ। ਦੀਵਾਲੀ ਦੀ ਸ਼ਾਮ ਬੜੀ ਰੌਣਕ ਵਾਲੀ। ਪਰ ਜਦੋਂ ਸਵੇਰੇ ਉੱਠ ਕੇ ਵੇਖਿਆ ਸਾਰੇ ਦੀਵੇ ਬੁਝੇ ਹੋਏ, ਬੱਟੀਆਂ ਵੀ ਸੜ ਗਈਆਂ, ਤੇਲ ਵੀ ਖਤਮ ਹੋ ਗਿਆ। ਭਾਈ ਸਾਹਿਬ ਕਹਿੰਦੇ ਵੀ ਇੱਕ ਦੀਵਾ ਐਸਾ ਹੈ ਜਿਹਦਾ ਤੇਲ ਵੀ ਖਤਮ ਨਹੀਂ ਹੁੰਦਾ ਤੇ ਜਿਹਦੀ ਬੱਟੀ ਵੀ ਨਹੀਂ ਸੜਦੀ, ਜਿਹਦਾ ਚਾਨਣ ਕਦੀ ਘਟਦਾ ਨਹੀਂ। ਆ ਹੁਣੇ ਤੁਸੀਂ ਆਰਤੀ ਵਿੱਚ ਇੱਕ ਸ਼ਬਦ ਸੁਣਿਆ ਹੋਵੇਗਾ, ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ। ਇਹ ਤਿੰਨ ਚੀਜ਼ਾਂ ਜਿੱਥੇ ਇਕੱਠੀਆਂ ਹੁੰਦੀਆਂ ਨੇ ਉੱਥੇ ਚਾਨਣ ਹੁੰਦਾ। ਤਤ ਤੇਲ ਨਾਮ ਕੀਆ ਬਾਤੀ
ਤੇ ਦੀਪਕ ਦੇਹ, ਦੇਹ ਦਾ ਅਰਥ ਹੈ ਸਰੀਰ, ਉਜਿਆਰਾ, ਫਿਰ ਹੋਏਗਾ ਉਜਿਆਲਾ, ਫਿਰ ਹੋਵੇਗਾ ਚਾਨਣ। ਕਹਿੰਦੇ ਇਸ ਸਰੀਰ ਨੂੰ ਬਣਾ ਦੇ ਦੀਵਾ, ਇਹਦੇ ਵਿੱਚ ਤੱਤ ਦਾ ਤੇਲ ਪਾ। ਤੱਤ ਕਿਹਨੂੰ ਕਹਿੰਦੇ ਨੇ? ਤੱਤ ਦਾ ਅਰਥ ਹੈ ਸਾਡੇ ਸਰੀਰ ਦੇ ਵਿੱਚ। ਇਹ ਹੁਣ ਤਾਂ ਮੈਡੀਕਲ ਵੀ ਇਹਨੂੰ ਮੰਨਦਾ ਹੈ ਵੀ ਸਰੀਰ ਵਿੱਚ ਇੱਕ ਲਗਾਤਾਰ ਨਿਰੰਤਰ એનર્ਜੀ ਪੈਦਾ ਹੋ ਰਹੀ ਹੈ, ਲਗਾਤਾਰ ਨਿਕਲ ਰਹੀ। ਉਹਦੇ ਖਿਆਲ ਬਣਦੇ ਨੇ, ਉਹਦੇ ਵਿਚਾਰ ਬਣਦੇ ਨੇ, ਅੱਗੇ ਜਾ ਕੇ ਸੂਖਸ਼ਮ ਹੋ ਜਾਂਦੇ। ਉਹ ਤੱਤ ਹੈ, ਉਹਨੂੰ ਤੱਤ ਕਹਿੰਦੇ ਨੇ। ਇਸ ਕਰਕੇ ਜਿੱਥੇ ਨਾਮ ਜਪਣ ਦਾ ਉਪਦੇਸ਼ ਦਿੱਤਾ ਉੱਥੇ ਉਸ ਤੱਤ ਨੂੰ ਬਚਾਉਣ ਦਾ ਵੀ ਉਪਦੇਸ਼ ਹੈ। ਤਾਂ ਕਹਿੰਦੇ ਤੇਲ ਹੋਵੇਗਾ ਤਾਂ ਹੀ ਦੀਵਾ ਬਲੇਗਾ। ਇਹ ਇਕੱਲੀ ਅੱਗ ਨਾਲ ਕਿਵੇਂ ਬਾਲੇਗਾ? ਇਕੱਲੇ ਨਾਮ ਨਾਲ, ਸ਼ਬਦ ਨਾਲ ਕਿਵੇਂ ਬਾਲੇਗਾ? ਤੱਤ ਵੀ ਚਾਹੀਦਾ ਹੈ। ਤੇਲ ਹੋਵੇਗਾ ਤਾਂ ਬਲੇਗਾ। ਇਸ ਕਰਕੇ ਗੁਰੂ ਸਾਹਿਬ ਨੇ ਪਰਹੇਜ਼ ਦੱਸੇ। ਉਹ ਤੱਤ ਗਵਾਚ ਜਾਂਦਾ ਹੈ ਕਾਹਦੇ ਨਾਲ? ਬਹੁਤਾ ਵੇਖਣ ਨਾਲ, ਬਹੁਤਾ ਬੋਲਣ ਨਾਲ, ਦੋ ਚੀਜ਼ਾਂ ਨਾਲ ਬਹੁਤਾ ਗਵਾਚਦਾ ਹੈ। ਦੋਵਾਂ ਤੇ ਗੁਰੂ ਸਾਹਿਬ ਨੇ ਕਿਹਾ ਥੋੜ੍ਹੀ ਜਿਹੀ ਰੋਕ ਲਾ। ਆ ਇਹਦੇ ਵਿੱਚ ਮਰਿਆਦਾ ਦੱਸੀਏ। ਜਿਸ ਬੰਦੇ ਨੇ ਭਗਤੀ ਕਰਨੀ ਹੈ, ਗੁਰੂ ਅਮਰਦਾਸ ਜੀ ਰੋਜ਼ ਸਿੱਖ ਨੂੰ ਸਮਝਾਉਂਦੇ ਨੇ, ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਹੈ ਥੋੜਾ ਜਿਹਾ ਔਖਾ, ਬਹੁਤ ਕਠਿਨ ਹੈ। ਬਿਖਮ ਮਾਰਗ ਚੱਲਣਾ, ਕਹਿੰਦੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਇੱਥੇ ਬੋਲਣ ਤੇ ਪਾਬੰਦੀ ਲਾਈਏ, ਕਿਉਂਕਿ ਜਦੋਂ ਅਸੀਂ ਬੋਲਦੇ ਜਾਂਦੇ ਹਾਂ ਉਸ ਬੋਲਣ ਦੇ ਵਿੱਚ ਉਹ ਜਿਹੜਾ ਤੱਤ ਹੈ ਨਾ ਉਹ ਸਾਰਾ ਬਾਹਰ ਡਿੱਗਦਾ ਜਾਂਦਾ, ਖਤਮ ਹੁੰਦਾ ਜਾਂਦਾ। ਤੁਸੀਂ ਸਾਰੇ ਗੁਰੂ ਕੇ ਪਿਆਰੇ ਬਾਣੀ ਪੜ੍ਹਨ ਵਾਲੇ ਨਿਤਨੇਮੀ, ਹਰ ਰੋਜ਼ ਆਪਾਂ ਨਿਤਨੇਮ ਕਰਨੇ ਆ। ਇੱਕ ਦਿਨ ਤੁਸੀਂ ਅਭਿਆਸ ਕਰਕੇ ਵੇਖ ਲੈਣਾ ਬਈ ਸਵੇਰ ਤੋਂ ਸ਼ਾਮ ਤੱਕ ਕੋਈ ਫੋਨ ਨਹੀਂ ਸੁਣਨਾ, ਕਿਸੇ ਨਾਲ ਨਹੀਂ ਬੋਲਣਾ, ਤੇ ਸ਼ਾਮ ਨੂੰ ਬਾਣੀ ਪੜ੍ਹ ਕੇ ਵੇਖਣਾ। ਤੁਹਾਨੂੰ ਆਪਣੇ ਆਪ ਸਮਝ ਆ ਜਾਏਗੀ ਵੀ ਅੱਜ ਕਿੰਨਾ ਆਨੰਦ ਆਇਆ। ਕਿਉਂਕਿ ਆਨੰਦ ਵਾਲੀ ਚੀਜ਼ ਅਸੀਂ ਪਹਿਲਾਂ ਹੀ ਗਵਾ ਦਿੱਤੀ ਜਿਹਨੇ ਆਨੰਦ ਪੈਦਾ ਕਰਨਾ ਸੀ। ਜਿਹੜੇ ਲੋਕ ਹੁਣ ਅੱਜ ਤਾਂ ਉਹਨਾਂ ਚੀਜ਼ਾਂ ਨੂੰ ਆਪਾਂ ਕਰਮਕਾਂਡ ਕਹਿਣ ਲੱਗ ਗਏ ਨਾ, ਵੀ ਇੱਕ ਸਾਈਡ ਤੇ ਹੋ ਕੇ ਬੈਠੇ, ਉਹਦਾ ਕਾਰਨ ਸੀ ਉਹ ਇਸੇ ਅਭਿਆਸ ਕਰਕੇ ਬੈਠੇ ਵੀ ਸਰੀਰ ਦੀ ਸਾਰੀ ਸ਼ਕਤੀ ਨੂੰ ਇਕੱਠਾ ਕਰਕੇ ਫਿਰ ਉਹਨਾਂ ਸਿਮਰਨ ਕੀਤਾ। ਉਹਦਾ ਰੰਗ ਹੋਰ ਸੀ, ਵੱਖਰਾ ਸੀ। ਹੁਣ ਜੇ ਇੱਕ ਬੰਦਾ ਦੁਕਾਨ ਤੇ ਬਹਿ ਕੇ, ਮੈਂ ਕਈ ਵਾਰੀ ਉੱਥੇ ਇੰਡੀਆ ਵਿੱਚ ਵੇਖਣਾ, ਲੋਕ ਸੌਦਾ ਵੀ ਤੋਲੀ ਜਾਂਦੇ ਨੇ, ਨਾਲ ਗੁਟਕਾ ਫੜ ਕੇ ਪਾਠ ਵੀ ਕਰੀ ਜਾਂਦੇ ਨੇ, ਗੱਲਾਂ ਵੀ ਕਰੀ ਜਾਂਦੇ ਨੇ। ਇਹ ਸਾਰਾ ਕੁਝ ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਕੋਹਲੂ ਦੇ ਬੈਲ ਵਾਂਗੂ ਸਵੇਰ ਤੋਂ ਸ਼ਾਮ ਤੱਕ ਘੁੰਮੀ ਜਾਂਦਾ। ਇਹਨੂੰ ਕਰਮਕਾਂਡ ਕਿਹਾ ਸੀ, ਜਿਹਨੂੰ ਚੰਗੀ ਤਰ੍ਹਾਂ ਨਹੀਂ ਕੀਤਾ ਜਾਂਦਾ ਤਰੀਕੇ ਨਾਲ। ਇਸ ਕਰਕੇ ਤੱਤ ਤੇਲ, ਭਾਈ ਗੁਰਦਾਸ ਜੀ ਕਹਿੰਦੇ ਨੇ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਪਰ ਪੁਰਾਣੇ ਹੋ ਗਿਆ ਉਹ ਵੀ ਦੀਵੇ। ਇੱਕ ਦੀਵਾ ਐਸਾ ਜਿਹੜਾ ਕਦੀ ਬੁਝਦਾ ਨਹੀਂ, ਲਗਾਤਾਰ ਜਗੀ ਜਾਂਦਾ ਹੈ, ਗੁਰੂ ਕੇ ਸ਼ਬਦ ਦਾ ਦੀਵਾ। ਫਿਰ ਇਹਦੇ ਤੋਂ ਅੱਗੇ ਕਹਿੰਦੇ ਨੇ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਫੁੱਲ ਖਿੜੇ ਬਾਗ ਦੇ ਵਿੱਚ ਬਸੰਤ ਆਈ, ਤੇ ਮਾਲੀ ਨੇ ਵੇਖਿਆ ਬੜੇ ਸੋਹਣੇ ਫੁੱਲ ਲੱਗਦੇ ਨੇ, ਉਹ ਤੋੜ ਕੇ ਲੈ ਗਿਆ, ਹਾਰ ਬਣਾਏ, ਖਰੀਦਣ ਵਾਲਾ ਖਰੀਦ ਕੇ ਲੈ ਗਿਆ, ਕੋਈ ਰਿਸ਼ਤੇਦਾਰ ਆਇਆ ਸੀ ਉਹਦੇ ਗਲੇ ਵਿੱਚ ਪਾ ਦਿੱਤੇ। ਉਹ ਘਰ ਲੈ ਕੇ ਗਿਆ ਤੇ ਸਵੇਰੇ ਸਾਰੇ ਦੇ ਸਾਰੇ ਗਾਰਵੇ ਵਿੱਚ ਸਿੱਟ ਦਿੱਤੇ, ਮੁਰਝਾ ਗਏ, ਬਸ ਖਤਮ ਹੋ ਗਈ ਸੁੰਦਰਤਾ। ਪਰ ਇੱਕ ਬਸੰਤ ਐਸਾ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਲਿਖਿਆ ਹੈ, ਮਹਾ ਮਹਾ ਮੁਬਾਰਕੀ ਚੜ੍ਹਿਆ ਸਦਾ ਬਸੰਤ। ਸਦਾ ਬਸੰਤ, ਇੱਕ ਦਿਨ ਨਹੀਂ, ਸਾਲ ਬਾਅਦ ਨਹੀਂ ਆਉਂਦਾ। ਮਹਾ ਮਹਾ ਮੁਬਾਰਕੀ, ਮੁਬਾਰਕ ਦਾ ਅਰਥ ਹੁੰਦਾ ਮੁਬਾਰਕਾਂ ਦੇਣੀਆਂ, ਵਧਾਈਆਂ, ਜਿਵੇਂ ਨਵੇਂ ਸਾਲ ਦੀਆਂ ਜਾਂ ਹੋਰ ਕਿਸੇ ਦੀ ਵਧਾਈ ਦਿੰਦੇ। ਕਹਿੰਦੇ ਵੱਡੀਆਂ ਵੱਡੀਆਂ ਮੁਬਾਰਕਾਂ ਮਿਲ ਰਹੀਆਂ ਉਸ ਬੰਦੇ ਨੂੰ ਜਿਹਦੇ ਅੰਦਰ ਉਹ ਫੁੱਲ ਖਿੜ ਪਿਆ, ਉਹ ਬਸੰਤ ਆ ਗਿਆ ਗੁਰੂ ਕੇ ਸ਼ਬਦ। ਮਹਾ ਮਹਾ ਮੁਬਾਰਕੀ ਚੜ੍ਹਿਆ ਸਦਾ ਬਸੰਤ, ਪਰ ਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ। ਕਿਵੇਂ ਉਹ ਬਸੰਤ ਆਏਗਾ? ਕਹਿੰਦੇ ਭੋਲਿਆ ਹਉਮੈ ਸੁਰਤ ਵਿਸਾਰ, ਆਪਣੇ ਅੰਦਰੋਂ ਹਉਮੈ ਦੀ ਸ਼ਕਤੀ ਨੂੰ ਘੱਟ ਕਰ। ਇਸ ਤਰ੍ਹਾਂ ਇਹ ਜਿਹੜਾ ਬਾਗ ਹੈ, ਜਿਹੜਾ ਸਦਾ ਖਿੜਿਆ ਰਹਿੰਦਾ ਹੈ, ਉਹ ਗੁਰੂ ਕੇ ਸ਼ਬਦ ਦਾ ਬਾਗ ਹੈ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਸਤਿਗੁਰੂ ਨੇ ਇਹਨਾਂ ਚਾਰੇ ਹੀ ਭਗਤਾਂ ਨੂੰ ਕਿਹਾ ਕਿ ਜੇ ਤੁਸੀਂ ਧਰਮ ਦੀ ਗੱਲ ਨੂੰ ਸਮਝਣਾ ਹੈ, ਉਹ ਦਿਮਾਗ ਤੋਂ ਨਹੀਂ ਇਕੱਲੇ ਤੋਂ ਹੁੰਦਾ, ਉਹ ਹਿਰਦੇ ਵਿੱਚੋਂ ਪੈਦਾ ਹੁੰਦਾ ਹੈ, ਉਹ ਆਪਣੇ ਆਪ ਨੂੰ ਖਾਲੀ ਕੀਤਿਆਂ ਪੈਦਾ ਹੁੰਦਾ ਹੈ। ਇਸ ਕਰਕੇ ਸਿੱਖ ਸਾਜ ਵਰਗਾ ਹੈ, ਸਾਜ ਵਰਗਾ, ਬੰਸਰੀ ਵਰਗਾ ਹੈ।
ਜਿਵੇਂ ਹੁਣ ਕੀਰਤਨ ਵਿੱਚ ਵਾਜਾ ਵਜਾਇਆ ਜਾ ਰਿਹਾ ਸੀ, ਵਾਜਾ ਆਪ ਨਹੀਂ ਵੱਜਦਾ। ਵੇਖੋ ਹੁਣ ਪਏ ਹੋਏ ਨੇ ਸਾਜ਼ ਸਾਰੇ, ਰਬਾਬ ਵੀ ਪਈ ਹੈ, ਹਾਰਮੋਨੀਅਮ ਪਿਆ, ਉਹਨੂੰ ਕਹੋ ਜੀ ਸਾਨੂੰ ਸੁਣਾ ਮਲਾਰ, ਉਹ ਕਹੇਗਾ ਮਲਾਰ ਵਾਲਾ ਮੇਰੇ ਕੋਲ ਉੱਠ ਕੇ ਤੁਰ ਗਿਆ, ਮੈਂ ਕਿਵੇਂ ਗਾਵਾਂ? ਨਹੀਂ ਗਾ ਸਕੇਗਾ। ਵਜਾਇਆ ਵੱਜਦਾ ਵਾਜਾ। ਤੇ ਜਿਹਨੂੰ ਗੁਰੂ ਸਾਹਿਬ ਅੱਜ ਪੰਡਤ ਕਹਿੰਦੇ ਨੇ, ਜੋ ਜਗਤ ਨੂੰ ਪ੍ਰਬੋਧ ਰਿਹਾ ਹੈ, ਉਹਦੀ ਨਿਸ਼ਾਨੀ ਇਕੱਲੇ ਦਿਮਾਗ ਦੇ ਇਹ ਘਾੜਤਾਂ ਇਕੱਠੀਆਂ ਕਰਕੇ ਵਿਸ਼ੇ ਬਣਾ ਕੇ, ਲੈਕਚਰ ਬਣਾ ਕੇ, ਲਿਖ ਕੇ ਲੈ ਜਾਣੇ ਤੇ ਇੱਥੋਂ ਚੁੱਕਣੇ ਤੇ ਉੱਥੇ ਝਾੜ ਦੇਣੇ। ਇਹਨੂੰ ਗੁਰਮਤ ਦੀ ਵਿਦਵਤਾ ਨਹੀਂ ਕਹਿੰਦੇ। ਧਿਆਨ ਦੇਣਾ, ਵਿਦਵਤਾ ਚੰਗੀ ਹੈ ਕਿਸੇ ਹੱਦ ਤੱਕ। ਗੁਰੂ ਸਾਹਿਬ ਤੇ ਇੱਥੋਂ ਤੱਕ ਚਲੇ ਜਾਂਦੇ ਨੇ, ਕਹਿੰਦੇ ਨੇ ਇੱਕ ਗਧੇ ਦੇ ਉੱਤੇ ਚੰਦਨ ਦੀ ਪੰਡ ਲੱਦ ਦਿਓ, ਇੱਕ ਥਾਂ ਤੋਂ ਲੱਦੋ ਦੂਜੇ ਥਾਂ ਤੇ ਲਾ ਦਿਓ, ਗਧੇ ਨੂੰ ਉਹਦਾ ਕੀ ਪਤਾ ਹੈ, ਉਹ ਚੰਦਨ ਬਾਰੇ ਨਹੀਂ ਜਾਣਦਾ। ਇਸੇ ਤਰ੍ਹਾਂ ਇਸ ਘਰ ਦਾ ਜਿਹੜਾ ਪੰਡਤ ਹੈ, ਉਹਦਾ ਨਿਯਮ ਪਹਿਲਾਂ ਆਪਣੇ ਆਪ ਨੂੰ ਖਾਲੀ ਕਰਨਾ ਨਾਮ ਦੀ ਸਾਧਨਾ ਦੁਆਰਾ। ਜਦੋਂ ਅੰਦਰੋਂ ਖਾਲੀ ਹੋ ਜਾਏਗਾ, ਉਹ ਸਾਜ਼ ਵਰਗਾ ਉਹ ਖੁਦ ਨਹੀਂ ਵੱਜਦਾ। ਜੇ ਸਿੱਖ ਦਾ ਗੁਰੂ ਕਹਿ ਰਿਹਾ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਤੇ ਫਿਰ ਸਿੱਖ ਕਿਵੇਂ ਦਾਵਾ ਕਰ ਸਕਦਾ ਵੀ ਮੈਂ ਕੁਝ ਕਿਹਾ ਹੈ? ਉਹ ਵੀ ਦਾਵਾ ਕਰੇਗਾ ਤੇ ਝੂਠ ਹੈ। ਉਹ ਇੱਕ ਸਾਜ਼ ਵਰਗਾ ਹੈ। ਹਾਂ, ਸਾਜ਼ ਨੇ ਇੱਕ ਕੁਰਬਾਨੀ ਜ਼ਰੂਰ ਕੀਤੀ। ਇੱਥੇ ਧਿਆਨ ਦੇਣਾ, ਕਈ ਵਾਰੀ ਇੱਕ ਪਾਸੜ ਅਰਥ ਨਹੀਂ ਗੁਰਮਤ ਦੇ। ਆਪ ਜੀ ਸੁਣਦੇ ਰਹਿੰਦੇ ਹੋ ਵਿਆਖਿਆਵਾਂ, ਕਿਉਂ ਗੱਲ ਕਲੀਅਰ ਨਹੀਂ ਹੁੰਦੀ? ਕਿਉਂਕਿ ਅਸੀਂ ਇੱਕ ਪਾਸੇ ਦੀ ਵਿਆਖਿਆ ਕਰ ਦਿੰਦੇ ਹਾਂ ਵੀ ਵਾਜੇ ਨੇ ਨਹੀਂ ਵੱਜਣਾ। ਜਿਵੇਂ ਮੈਂ ਇੱਕ ਵਿਸ਼ਾ ਤੁਹਾਨੂੰ ਕਿਹਾ ਵੀ ਸਾਜ਼ ਆਪ ਨਹੀਂ ਵੱਜ ਸਕਦਾ, ਸਾਜ਼ ਆਪ ਨਹੀਂ ਵੱਜ ਸਕਦਾ, ਸਿੱਖ ਆਪ ਕੁਝ ਨਹੀਂ ਕਰ ਸਕਦਾ, ਸਿੱਖ ਆਪ ਕੁਝ ਨਹੀਂ ਕਰ ਸਕਦਾ। ਜੇ ਇਕੱਲੇ ਗੱਲ ਕਹਿ ਦਿੱਤੀ ਅਰਥ ਗਲਤ ਹੋ ਜਾਣਗੇ। ਸਾਜ਼ ਆਪ ਵੱਜ ਤਾਂ ਨਹੀਂ ਸਕਦਾ, ਸਿੱਖ ਆਪ ਕਰ ਤੇ ਕੁਝ ਨਹੀਂ ਸਕਦਾ, ਪਰ ਸਾਜ਼ ਨੇ ਇੱਕ ਬੜੀ ਵੱਡੀ ਕੁਰਬਾਨੀ ਕੀਤੀ। ਪਹਿਲਾਂ ਉਹ ਲੱਕੜ ਸੀ। ਉਹ ਲੱਕੜ ਉਸ ਕਾਰੀਗਰ ਕੋਲ ਗਈ ਜਿਹਨੇ ਸਾਜ਼ ਬਣਾਇਆ ਹੈ। ਉਸ ਕਾਰੀਗਰ ਨੇ ਆਰੇ ਦੇ ਨਾਲ ਉਹਦੀਆਂ ਫੱਟੀਆਂ ਕਰ ਦਿੱਤੀਆਂ ਚੀਰ ਚੀਰ ਕੇ। ਉਹ ਤੇ ਕੰਮ ਸਾਜ਼ ਨੇ ਕੀਤਾ ਨਾ। ਪਹਿਲਾਂ ਉਹਦੇ ਵਿੱਚ ਫੱਟੀਆਂ ਬਣਾਈਆਂ, ਫਿਰ ਉਹਦੇ ਵਿੱਚ ਛੋਟੀਆਂ ਛੋਟੀਆਂ ਮੇਖਾਂ ਕਿੱਲ ਠੋਕ ਠੋਕ ਕੇ ਇੱਕ ਇੱਕ ਚੀਜ਼ ਫਿੱਟ ਕੀਤੀ, ਉਹਦਾ ਸਰੂਪ ਤਬਦੀਲ ਕੀਤਾ। ਲੱਕੜ ਨੂੰ ਪਾੜ ਪਾੜ ਕੇ, ਚੀਰ ਚੀਰ ਕੇ, ਟੁਕੜੇ ਕਰ ਕਰਕੇ, ਛੋਟੇ ਛੋਟੇ ਜੋੜ ਲਾ ਕੇ ਇੱਕ ਚੀਜ਼ ਬਣਾਈ। ਭਾਈ ਗੁਰਦਾਸ ਜੀ ਉਦਾਹਰਨਾਂ ਦਿੰਦੇ ਨੇ। ਉਹ ਕਹਿੰਦੇ ਨੇ ਇੱਕ ਥਾਂ ਤੇ ਰਬਾਬ ਬੜੀ ਸੋਹਣੀ ਵੱਜ ਰਹੀ ਸੀ। ਕਿਸੇ ਬੰਦੇ ਨੇ ਕਿਹਾ ਵੀ ਬੜਾ ਆਨੰਦ ਆਉਂਦਾ, ਬੜੀ, ਜੇ ਪੂਰੀ ਸੁਰ ਹੋ ਜਾਏ ਤੇ ਸਾਜ਼ ਮਿੱਠਾ ਬਹੁਤ ਜ਼ਿਆਦਾ। ਰਬਾਬ ਜਿਹੜਾ, ਵੈਸੇ ਰਬਾਬ ਜਿਹੜਾ ਸਾਜ਼ ਹੈ ਇਹਦੇ ਵਿੱਚ ਇੰਨਾ ਗੁਣ ਭਰ ਹੈ, ਜੇ ਇਹਦੀ ਪੂਰੀ ਯੋਗਤਾ ਆ ਜਾਏ ਤੇ ਤਾਂ ਗੁਰੂ ਸਾਹਿਬ ਨੇ ਨਾਲ ਲਿਆ ਸੀ। ਕਿਉਂਕਿ ਜੇ ਰਬਾਬ ਪੂਰੀ ਤਰ੍ਹਾਂ ਵਜਾਉਣੀ ਆ ਜਾਏ, ਉਹਦੇ ਨਾਲ ਨਾ ਵਾਜੇ ਦੀ ਲੋੜ ਪੈਂਦੀ ਹੈ ਨਾ ਤਬਲੇ ਦੀ, ਉਹ ਦੋਵਾਂ ਦਾ ਕੰਮ ਇਕੱਲੀ ਕਰਦੀ ਹੈ। ਜਦੋਂ ਪੂਰੇ ਸਿਰੇ ਤੇ ਚਲੀ ਜਾਏ ਨਾ ਰਬਾਬ, ਜਿੱਥੇ ਭਾਈ ਮਰਦਾਨਾ ਜੀ ਸਨ, ਇਹ ਲਿਆ ਹੀ ਤਾਂ ਕਿਉਂਕਿ ਜਦੋਂ ਇਹ ਪੂਰੀ ਲੈ ਵਿੱਚ ਵੱਜਦੀ, ਉੱਥੇ ਨਾ ਹਾਰਮੋਨੀਅਮ ਦੀ ਲੋੜ ਹੈ ਨਾ ਉੱਥੇ ਤਬਲੇ ਦੀ, ਦੋਵਾਂ ਨੂੰ ਪੂਰਿਆਂ ਕਰਦੀ। ਰਬਾਬ ਬੜੀ ਸੋਹਣੀ ਵੱਜ ਰਹੀ ਸੀ। ਕਿਸੇ ਨੇ ਕਿਹਾ ਬੜੀ ਸੋਹਣੀ। ਭਾਈ ਗੁਰਦਾਸ ਜੀ ਕਹਿੰਦੇ ਵੀ ਇਹਨੂੰ ਰਬਾਬ ਨੂੰ ਪੁੱਛ ਕੇ ਵੇਖ, ਮਿੱਠੀ ਤੇ ਬੜੀ ਏ, ਪਰ ਜਿਹੜੀ ਤਾਰ ਬਣੀ ਹੈ ਉਹ ਕਾਹਦੀ ਏ? ਅੱਜ ਭਾਵੇਂ ਵਜਾਉਣ ਵਾਲਾ ਵਜਾਉਂਦਾ ਪਿਆ, ਸੀ ਕਹਿੰਦੇ ਆ ਫਲਾਣੇ ਬੰਦੇ ਨੂੰ ਬੜੀ ਰਬਾਬ ਆਉਂਦੀ ਵਜਾਉਣੀ, ਪਰ ਇਹਨੂੰ ਪੁੱਛ ਕੇ ਵੇਖ ਉਹ ਕਾਹਦੀ ਬਣੀ ਹੈ ਤਾਰ। ਤੇ ਜਦੋਂ ਉਹਦਾ ਇਤਿਹਾਸ ਫੋਲੋਗੇ, ਰਬਾਬ ਬਣੀ ਹੈ ਬੱਕਰੀ ਦੀ ਆਂਦਰ ਦੀ। ਆ ਬੱਕਰੇ ਦਾ ਇੱਕ ਬੱਚਾ ਵੱਢਿਆ ਜਾਂਦਾ, ਖਿਆਲ ਰੱਖਣਾ। ਇਹ ਵੀ ਨਹੀਂ, ਬੁੱਢੇ ਬੱਕਰੇ ਦੀ ਨਹੀਂ ਬਣੇਗੀ। ਜਿਹੜਾ ਬੱਕਰਾ ਉਮਰ ਵਿਆਹ ਚੁੱਕਾ ਹੈ, ਉਹਦੀ ਰਬਾਬ ਦੀ ਤਾਰ ਨਹੀਂ ਬਣੇਗੀ। ਉਹ ਛੇਲਾ ਛੋਟਾ ਜਿਹਾ, ਵੈਸੇ ਆਪਾਂ ਲੇਲਾ ਕਹਿੰਦੇ ਆਮ ਤੌਰ ਤੇ। ਲੇਲਾ ਵੈਸੇ ਭੇਡ ਦਾ ਹੁੰਦਾ, ਬੱਕਰੀ ਦਾ ਨਹੀਂ ਹੁੰਦਾ। ਉਹਨੂੰ ਛੇਲਾ ਕਿਹਾ ਹੈ। ਉਹ ਕੋਲੀ ਉਮਰ ਦਾ, ਛੋਟੀ ਉਮਰ ਦਾ ਉਹਦਾ ਬੱਚਾ ਮਾਰ ਕੇ, ਉਹਦੀ ਜਿਹੜੀ ਆਂਦਰ ਹੈ, ਆਂਦਰਾਂ ਕੱਢ ਕੇ ਉਹਨੂੰ ਸੁਕਾ ਕੇ ਉਹਦੀ ਤਾਰ ਬਣਦੀ, ਉਹ ਰਬਾਬ ਨੂੰ ਲੱਗੇ ਤੇ ਤਾਂ ਉਹਦਾ ਸਾਜ਼ ਮਿੱਠਾ ਨਿਕਲਦਾ। ਇੰਨੀ ਕੁਰਬਾਨੀ ਦੇ ਵਿੱਚੋਂ, ਇੰਨੀ ਦਰਦ ਵਿੱਚੋਂ ਤਾਰ ਨਿਕਲਦੀ, ਤਾਂ ਉਹਦੇ ਵਿੱਚੋਂ ਇੰਨਾ ਸੋਹਣਾ ਸਾਜ਼ ਨਿਕਲਦਾ ਹੈ। ਇਸ ਕਰਕੇ ਇਹ ਵੀ ਇੱਕ ਸੱਚ ਹੈ ਕਿ ਰਬਾਬ ਆਪ ਨਹੀਂ ਵੱਜਦੀ, ਰਬਾਬ ਨੂੰ ਰਬਾਬੀ ਵਜਾਉਂਦਾ ਹੈ।
ਸਿੱਖ ਆਪ ਕੁਝ ਨਹੀਂ ਕਰਦਾ, ਗੁਰੂ ਉਹਦੇ ਉੱਤੇ ਕੰਮ ਕਰਦਾ, ਉਹਦੇ ਤੋਂ ਕਰਾਉਂਦਾ ਹੈ। ਪਰ ਇਹ ਵੀ ਸੱਚੇ ਰਬਾਬ ਬਣਨ ਵਾਸਤੇ ਕਿਸੇ ਨੇ ਕੁਰਬਾਨੀ ਕੀਤੀ ਹੈ, ਸਿੱਖ ਬਣਨ ਵਾਸਤੇ ਵੀ ਕਿਸੇ ਨੇ ਕੁਰਬਾਨੀ ਕੀਤੀ ਹੈ। ਇਹ ਕੰਮ ਸਿੱਖ ਦਾ, ਉਹਨੇ ਸੌਂਪਣਾ ਆਪਣਾ ਆਪ ਹੈ, ਦੇਣਾ ਉਹਨੇ। ਵੈਸੇ ਸਿੱਧਾ ਨਹੀਂ ਹੋਵੇਗਾ ਵੀ ਗੁਰੂ ਨੇ ਸਾਰਾ ਕੁਝ ਕਰਨਾ। ਅੱਜ ਕਹਿੰਦੇ ਫਿਰਨੇ ਆਪਾਂ ਗੁਰੂ ਨੇ ਕਿਰਪਾ ਕਰਨੀ, ਗੁਰੂ ਨੇ ਕਿਰਪਾ ਕਰਨੀ। ਸੌਖਾ ਕੰਮ ਲੱਭ ਗਿਆ ਸਾਨੂੰ ਮੁਹਾਵਰਾ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਗੈਰ ਜ਼ਿੰਮੇਵਾਰ ਹੋ ਗਏ, ਦੂਰ ਭੱਜ ਗਏ। ਅਸੀਂ ਸੋਚਿਆ ਅਸੀਂ ਕਰਨਾ ਹੀ ਕੁਝ ਨਹੀਂ। ਸਤਿਗੁਰੂ ਨੇ ਕਿਹਾ ਨਹੀਂ, ਤੇਰਾ ਕੰਮ ਤੇਰੀ ਥਾਂ ਤੇ ਹੈ। ਤੇਰਾ ਕੰਮ ਕਿਹੜਾ ਹੈ? ਉਹ ਕੰਮ ਸਤਿਗੁਰੂ ਨੇ, ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮਨ ਵੇਚੈ ਸਤਿਗੁਰ ਕੈ ਪਾਸ, 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 ਮਨ ਵੇਚੈ ਸਤਿਗੁਰ ਕੈ ਪਾਸ। ਤਿਸ ਸੇਵਕ ਕੇ ਕਾਰਜ ਰਾਸ, ਤਿਸ ਸੇਵਕ ਕੇ ਕਾਰਜ ਰਾਸ, ਤਿਸ ਸੇਵਕ ਕੇ ਕਾਰਜ ਰਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚੈ ਸਤਿਗੁਰ ਕੈ ਪਾਸ, ਮਨ ਵੇਚੈ ਸਤਿਗੁਰ ਕੈ ਪਾਸ। ਮਨ ਵੇਚ ਦਿੱਤਾ, ਆਪਣੀ ਮਰਜ਼ੀ ਨਹੀਂ। ਕੋਈ ਮਜਾਲ ਹੀ ਨਹੀਂ ਸਿੱਖ ਸਵਾਲ ਕਰੇ ਵੀ ਆਹ ਕਿਉਂ। ਸਿੱਖ ਸੌਦੇਬਾਜ਼ੀ ਨਹੀਂ ਕਰਦਾ ਗੁਰੂ ਨਾਲ, ਇੱਥੋਂ ਤੱਕ ਵੀ ਸੌਦੇਬਾਜ਼ੀ ਨਹੀਂ ਕਰਦਾ। ਕਈ ਵਾਰੀ ਕਈ ਗੁਰਮੁਖ ਕਹਿੰਦੇ ਵੀ ਇਹ ਆਨੰਦ ਨਹੀਂ ਆਇਆ, ਆਨੰਦ ਨਹੀਂ। ਮੈਂ ਕਿਹਾ ਵੀ ਸਿੱਖ ਦਾ ਕੰਮ ਕੀ ਆਨੰਦ ਦਾ ਦਾਵਾ ਥੋੜ੍ਹੀ ਹੈ। ਦਏ ਨਾ ਦਏ ਉਹਦੀ ਮਰਜ਼ੀ। ਸਿੱਖ ਨੇ ਕੰਮ ਕਰਨਾ, ਉਹ ਗੁਲਾਮ ਹੈ, ਉਹ ਸਿਰ ਨਹੀਂ ਚੁੱਕੇਗਾ ਅੱਗੇ। ਆਹ ਗੁਲਾਮ ਦੀ ਬੜੀ ਸੋਹਣੀ ਗਾਥਾ ਹੈ। ਕੌਣ ਹੈ ਉਹ ਸਿੱਖ? ਨੌਕਰ ਸੀ ਉਹ ਕਈ ਸਾਲਾਂ ਤੋਂ ਆਪਣੇ ਮਾਲਕ ਦਾ, ਉਹਦੇ ਨਾਲ ਉਹਨੂੰ ਉਹਦੇ ਮਾਲਕ ਨੇ ਨੌਕਰ ਰੱਖ ਲਿਆ ਆਪਣਾ ਨਿੱਜੀ ਹਜ਼ੂਰੀ ਘਰ ਵਿੱਚ। ਚਾਹ ਪਾਣੀ ਉਹਦੇ ਤੋਂ ਛਕਦਾ ਸੀ, ਰੋਟੀ ਪਾਣੀ ਉਹਦੇ ਤੋਂ ਖਾਂਦਾ ਸੀ। ਉਹ ਵਫਾਦਾਰ ਬਹੁਤ ਜ਼ਿਆਦਾ ਸੀ ਉਹ ਨੌਕਰ ਜਿਹੜਾ। ਜੋ ਦਿੰਦਾ ਸੀ ਉਹ ਖਾ ਲੈਂਦਾ ਸੀ। ਹੁਕਮ ਮੰਨਣ ਵਾਸਤੇ ਦਿਨ ਰਾਤ ਉਹ ਨੌਕਰ ਆਪਣੇ ਮਾਲਕ ਦਾ ਤਿਆਰ ਰਹਿੰਦਾ ਸੀ। ਇੱਕ ਦਿਨ ਜਾ ਰਹੇ ਸਨ ਬਾਗ ਦੇ ਵਿੱਚ, ਲੰਘਦਿਆਂ ਲੰਘਦਿਆਂ ਸੈਰ ਕਰਦਿਆਂ ਇੱਕ ਰੁੱਖ ਤੇ ਇੱਕ ਫਲ ਲੱਗਾ ਹੈ। ਤੇ ਉਹ ਮਾਲਕ ਆਪਣੇ ਨੌਕਰ ਨੂੰ ਕਹਿੰਦਾ ਵੀ ਤੋੜ ਇਹਨੂੰ, ਖਾ ਕੇ ਵੇਖੀਏ, ਤੋੜ ਇਹਨੂੰ। ਉਹ ਝੱਟ ਉਹਨੇ ਹੁਕਮ ਮੰਨਿਆ, ਰੁੱਖ ਤੇ ਚੜ੍ਹ ਕੇ ਫਲ ਲਾ ਕੇ ਲੈ ਆਇਆ। ਲਿਆ ਕੇ ਉਹਨੇ ਉਸ ਚਾਕੂ ਦੇ ਨਾਲ ਉਸ ਫਲ ਦੇ 4 ਟੁਕੜੇ ਕਰਕੇ ਆਪਣੇ ਮਾਲਕ ਦੇ ਅੱਗੇ ਕਰ ਦਿੱਤੇ। ਪਰ ਅੱਜ ਪਤਾ ਨਹੀਂ ਉਹਦੇ ਮਾਲਕ ਨੂੰ ਕੀ ਖਿਆਲ ਆਇਆ, ਖੁਸ਼ ਹੋ ਗਿਆ ਆਪਣੇ ਨੌਕਰ ਤੇ। ਕਹਿੰਦੇ ਪਹਿਲਾਂ ਤੂੰ ਖਾ ਫਿਰ ਮੈਂ ਖਾਵਾਂਗਾ, ਪਹਿਲਾਂ ਤੂੰ ਖਾ। ਜਦੋਂ ਉਸ ਨੌਕਰ ਨੇ ਪਹਿਲਾ ਫਲ ਦੀ ਫਾੜੀ ਖਾਧੀ ਨਾ ਤੇ ਦੂਜੀ ਚੁੱਕ ਲਈ ਉਹਦੇ ਮਾਲਕ ਨੇ, ਨੌਕਰ ਨੇ ਝਟਪਟ ਖਾ ਕੇ ਆਪਣੀ ਤੇ ਉਹਦੀ ਖੋਹ ਲਈ ਆਪਣੇ ਮਾਲਕ ਦੀ। ਕਹਿੰਦੇ ਮੈਂ ਤੈਨੂੰ ਨਹੀਂ ਖਾਣ ਦੇਣੀ, ਇਹ ਵੀ ਮੈਨੂੰ ਦੇ ਸਵਾਦ ਬੜਾ ਹੈ। ਨਿਜਤਾ ਨੇੜਤਾ ਸੀ, ਧੱਕੇ ਨਾਲ ਖੋਹ ਕੇ ਖਾ ਗਿਆ ਨੌਕਰ। ਦੂਸਰੀ ਉਹਨੇ 2 ਫਾੜੀਆਂ ਬਚੀਆਂ ਸਨ, ਮਾਲਕ ਨੇ ਇੱਕ ਹੋਰ ਚੁੱਕੀ, ਉਹ ਖਾਣ ਲੱਗਾ, ਉਹ ਵੀ ਨੌਕਰ ਨੇ ਖੋਹ ਲਈ। ਚੌਥੀ ਧੱਕੇ ਨਾਲ ਖਾਣ ਲੱਗਾ, ਪਰ ਉਹ ਮਾਲਕ ਉਹਨੂੰ ਥੱਪੜ ਮਾਰ ਕੇ ਧੱਕੇ ਨਾਲ ਖੋਹ ਕੇ ਕਹਿੰਦਾ ਉਹ ਇੰਨਾ ਲਾਲਚੀ ਹੋ ਗਿਆ, ਇੰਨਾ ਮੂੰਹ ਪੈ ਗਿਆ ਤੈਨੂੰ, ਜੇ ਮੈਂ ਤੈਨੂੰ ਪਿਆਰ ਕਰਨਾ ਤੇ ਇੱਕ ਫਾੜੀ ਤਾਂ ਮੈਨੂੰ ਦੇ ਦੇ। ਉਹ ਕਹਿੰਦਾ ਜੀ ਸਵਾਦ ਹੀ ਇੰਨਾ ਫਲ ਹੈ, ਮੈਂ ਇੱਕ ਵੀ ਫਾੜੀ ਤੁਹਾਨੂੰ ਨਹੀਂ ਦੇਣੀ ਚਾਹੁੰਦਾ, ਸਾਰੀਆਂ ਮੈਨੂੰ ਦੇ ਦਿਓ। ਨੌਕਰ ਕਹਿੰਦਾ, ਪਰ ਧੱਕੇ ਨਾਲ ਮਾਲਕ ਨੇ ਇੱਕ ਫਾੜੀ ਜਦੋਂ ਖੋਹ ਕੇ ਆਪਣੇ ਮੂੰਹ ਵਿੱਚ ਪਾਈ ਨਾ, ਉਹ ਜ਼ਹਿਰ ਵਰਗੀ ਕੌੜੀ ਸੀ। ਇੰਨੀ ਕੌੜਾ ਫਲ ਉਹਨੇ ਸਿੱਟ ਦਿੱਤਾ। ਕਹਿਣ ਲੱਗਾ ਇਹ ਤੇ ਕੌੜਾ ਬੜਾ, ਤੂੰ ਮੇਰੇ ਤੋਂ ਖੋ ਕੇ ਖਾਈ ਜਾਂਦਾ। ਕਹਿਣ ਲੱਗਾ ਜਿੰਨੇ ਇੰਨੇ ਮਿੱਠੇ ਫਲ ਦਿੱਤੇ ਨੇ, ਜੇ ਇੱਕ ਕੌੜਾ ਆ ਗਿਆ ਤੇ ਵਾਪਸ ਕਰ ਦਿਆਂ ਹੁਣ।
ਇੰਨੇ ਮਿੱਠੇ ਸਾਰੀ ਜ਼ਿੰਦਗੀ ਤੇਰੇ ਹੱਥੋਂ ਖਾਦੇ ਨੇ, ਇੱਕ ਫਲ ਕੌੜਾ ਆ ਗਿਆ ਤੇ ਸਿੱਟ ਦਿਆਂ, ਨਹੀਂ ਇਹ ਮੈਨੂੰ ਬਹੁਤ ਮਿੱਠਾ ਲੱਗਾ ਹੈ ਤੇ ਮੈਂ ਤੇਰੇ ਤੋਂ ਤਾਂ ਖੋਂਦਾ ਸਾਂ ਵੀ ਤੇਰੇ ਮੂੰਹ ਵਿੱਚ ਕਿਤੇ ਕੜਿੱਤਨ ਨਾ ਚਲੀ ਜਾਏ, ਮੈਂ ਆਪਣੇ ਉੱਤੇ ਸਹਿ ਲਵਾਂ। ਇਹ ਉਸ ਬੰਦੇ ਦੀ ਪਰਿਭਾਸ਼ਾ ਹੈ ਜੋ ਦਾਅਵੇ ਨਹੀਂ ਕਰਦਾ, ਜੋ ਵਪਾਰ ਨਹੀਂ ਕਰਦਾ। ਮਨ ਵੇਚਣ ਦਾ ਮਤਲਬ ਸਿੱਖ ਦਾ ਪਹਿਲਾ ਸਵਾਲ ਹੀ ਕੋਈ ਨਹੀਂ। ਅਸਲ ਵਿੱਚ ਉਹ ਮੁਕਤ ਉਦਣ ਹੀ ਹੋ ਗਿਆ ਜਿੱਦਣ ਉਹਦੀ ਮੰਗ ਹੀ ਕੋਈ ਨਹੀਂ ਰਹੀ। ਮੁਕਤੀ ਦੇ ਅਰਥ ਹੀ ਇਹ ਨੇ, ਮੰਗ ਰਹਿਤ ਹੋ ਜਾਣਾ। ਅਸੀਂ ਸਾਡੀ ਤੇ ਮੁਕਤੀ ਪੰਡਤਾਂ ਬ੍ਰਾਹਮਣਾਂ ਨੇ ਬੜੀ ਵੱਡੀ ਮੁੱਲਾਵਾਂ ਨੇ, ਕਾਜ਼ੀਆਂ ਨੇ ਬਣਾ ਦਿੱਤੀ। ਤੁਸੀਂ ਸੁਣਦੇ ਹੋ ਨਾ, ਕੋਈ ਜੰਨਤ ਦੀ ਵਿਆਖਿਆ ਕਰਦਾ, ਕੋਈ ਸਵਰਗ ਦੀ ਕਰਦਾ। ਜੰਨਤ ਦੀ ਵਿਆਖਿਆ ਬੜੀ ਅਜੀਬ। ਜਿਹੜੇ ਧਰਮ ਵਿੱਚ ਬੰਦਾ ਜੀ ਰਿਹਾ ਹੈ ਉੱਥੇ ਤੇ ਕਹਿੰਦੇ ਸ਼ਰਾਬ ਪੀਣੀ ਸਖਤ ਗੁਨਾਹ ਹੈ, ਤੇ ਜਦੋਂ ਜੰਨਤ ਦੀ ਗੱਲ ਕਹਿੰਦੇ ਉੱਥੇ ਕਹਿੰਦੇ ਸ਼ਰਾਬ ਦੀ ਨਦੀ ਵਗਦੀ ਹੈ। ਸੁਣਨ ਵਾਲਿਆਂ ਨੂੰ ਸਮਝ ਵੀ ਨਹੀਂ ਆਉਂਦੇ ਵੀ ਕਿੰਨਾ ਝੂਠ ਚੱਲ ਰਿਹਾ। ਉੱਥੇ ਕਹਿੰਦੇ ਨਦੀ ਚੱਲਦੀ ਸ਼ਰਾਬ ਦੀ, ਇੱਥੇ ਸ਼ਰਾਬ ਪੀਣਾ ਗੁਨਾਹ ਹੈ। ਕਿਵੇਂ ਜੋੜ ਪੈ ਗਿਆ? ਇੱਥੇ ਕਹਿੰਦੇ ਕਰੈਕਟਰ ਉੱਚਾ ਚਾਹੀਦਾ, ਉੱਥੇ ਕਹਿੰਦੇ ਹੂਰਾਂ ਮਿਲਦੀਆਂ ਨੇ। ਕਿਵੇਂ ਜੋੜ ਪੈ? ਪਰ ਸੁਣਨ ਵਾਲਿਆਂ ਦੀ ਅਕਲ ਹੀ ਬੰਦ ਹੋ ਗਈ ਵੀ ਇਹ ਕਿੰਨਾ ਝੂਠ ਜੋੜ ਕੇ ਬਣਾਇਆ ਗਿਆ ਹੈ। ਇਸ ਲਈ ਲੋਕਾਂ ਨੂੰ ਇਸ ਤਰ੍ਹਾਂ ਦੇ ਉਪਦੇਸ਼ ਚਾਹੀਦੇ ਨੇ ਵੀ ਕੋਈ ਸਵਰਗ, ਕੋਈ ਜੰਨਤ, ਕੋਈ ਹੂਰਾਂ, ਕੋਈ ਨਦੀ ਵਗਦੀ, ਦੱਸੋ। ਆਦਮੀ ਉਹਦੇ ਪਿੱਛੇ। ਸੱਚੇ ਪਾਤਸ਼ਾਹ ਕਹਿੰਦੇ ਕੁਝ ਵੀ ਨਹੀਂ, ਇਹ ਸਾਰਾ ਝੂਠ ਹੈ। ਜੇ ਤੂੰ ਸੁੱਖ ਲੈਣਾ ਤੇ ਮੁਕਤ ਹੋ ਜਾ, ਛੱਡ ਦੇ ਆਪਣੇ ਆਪ ਨੂੰ। ਪਰ ਹੁਣ ਸਦੀਆਂ ਦੀ ਸਾਡੀ ਪ੍ਰੈਕਟਿਸ ਇਹ ਹੈ, ਅਸੀਂ ਕਹਿੰਦੇ ਹਾਂ ਛੱਡਣਾ ਨਹੀਂ ਫੜਨਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਫੜਨਾ ਦੁੱਖ ਹੈ ਤੇ ਛੱਡਣਾ ਸੁੱਖ ਹੈ। ਤੇ ਸਾਡਾ ਜਿਹੜਾ ਇਤਿਹਾਸ ਹੈ ਸਾਡੇ ਜੀਵਨ ਦਾ, ਉਹ ਦੱਸਦਾ ਵੀ ਫੜਾਂਗੇ, ਕੁਝ ਇਕੱਠਾ ਕਰਾਂਗੇ, ਕੋਈ ਜਮ੍ਹਾਂ ਕਰਾਵਾਂਗੇ, ਕੋਈ ਅਕਾਊਂਟ ਖੁੱਲ੍ਹੇਗਾ ਤਾਂ ਹੀ ਗੱਲ ਬਣੂ ਨਾ। ਅਸੀਂ ਉੱਥੇ ਖੜੇ ਹਾਂ। ਜਦੋਂ ਛੱਡੇਗਾ ਉਦੋਂ ਖੁੱਲ੍ਹੇਗਾ ਉਹਦਾ ਦਰਵਾਜ਼ਾ। ਛੱਡਣ ਦੀ ਇਜਾਜ਼ਤ ਸਿੱਖ, ਤਿਆਗ ਵਿੱਚ ਰਹੋ, ਇਹਦੇ ਭੱਜਣਾ ਨਹੀਂ ਇੱਥੋਂ। ਪਰ ਤੇਰੀ ਅਟੈਚਮੈਂਟ ਨਹੀਂ ਹੋਣੀ ਚਾਹੀਦੀ ਮਟੀਰੀਅਲ ਦੇ ਨਾਲ, ਪਦਾਰਥ ਦੇ ਨਾਲ। ਤੂੰ ਅੰਦਰੋਂ ਵੱਖਰੇ ਹੋ ਜਾਣਾ ਚਾਹੀਦਾ ਜੇ ਤੂੰ ਸੁੱਖ ਲੈਣਾ। ਮੁਕਤੀ ਇਹ ਸੀ, ਸਿੱਖੀ ਇਹ ਸੀ। ਸਤਿਗੁਰੂ ਕਲਗੀਧਰ ਪਾਤਸ਼ਾਹ, ਮੈਂ ਕਈ ਵਾਰੀ ਇਹ ਚੀਜ਼ ਦੁਹਰਾਉਣਾ ਪਰ ਮਿੱਠੀ ਬਹੁਤ ਹੈ। ਬਾਹਰ ਮੰਜੇ ਤੇ ਬੈਠਿਆਂ ਪ੍ਰਸ਼ਾਦਾ ਛਕ ਰਹੇ ਸੀ ਸਿੱਖ, ਉੱਥੇ ਹੀ ਪ੍ਰਸ਼ਾਦਾ ਲਿਆ ਆਨੰਦਪੁਰ ਸਾਹਿਬ। ਮੰਜੇ ਤੇ ਬਹਿ ਕੇ ਛਕ ਰਹੇ ਨੇ ਤੇ ਹਜ਼ੂਰ ਦਾ ਪਾਲਤੂ ਕੁੱਤਾ ਇੱਕ ਪਾਸੇ ਪਾਵੇ ਨਾਲ ਬੈਠਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੂਰ ਫਿਰਦੇ ਸਨ, ਵੇਖ ਕੇ ਆ ਗਏ। ਸਤਿਗੁਰਾਂ ਨੇ ਸਤਿਕਾਰ ਵਜੋਂ ਕਿਹਾ, ਭਾਈ ਨੰਦ ਲਾਲ ਜੀ ਮੰਜੇ ਤੇ ਬੈਠ ਜਾਓ। ਕਹਿੰਦੇ ਨਹੀਂ ਮਹਾਰਾਜ, ਮੈਂ ਤੁਹਾਡੇ ਚਰਨਾਂ ਵਿੱਚ ਬਹਿਣਾ। ਬੈਠ ਗਿਆ ਇੱਕ ਪਾਵੇ ਵਾਲੇ ਪਾਸਿਓ, ਇੱਕ ਪਾਸੇ ਸਤਿਗੁਰਾਂ ਦਾ ਬੜਾ ਸੋਹਣਾ ਇੱਕ ਕੁੱਤਾ ਸੀ ਨਾਲ ਰਹਿੰਦਾ ਸੀ। ਸਤਿਗੁਰੂ ਪ੍ਰਸ਼ਾਦਾ ਛਕਦੇ ਨੇ ਤੇ ਭਾਈ ਨੰਦ ਲਾਲ ਜੀ ਹਜ਼ੂਰ ਵੱਲ ਵੇਖੀ ਜਾਂਦੇ ਨੇ, ਕਿਉਂਕਿ ਇਹ ਤਵਾਰੀਖ ਵਾਰ-ਵਾਰ ਬੋਲ ਕੇ ਕਹਿੰਦੀ ਹੈ ਬਈ ਗੁਰੂ ਗੋਬਿੰਦ ਸਿੰਘ ਦੇ ਕੋਲ ਬਹਿ ਕੇ ਬੰਦਾ ਉਹਨਾਂ ਵੱਲੋਂ ਖਿੱਚ ਤੋਂ ਬਚਦਾ ਨਹੀਂ ਸੀ। ਇੱਕ ਖਿੱਚ ਪੈਂਦੀ ਸੀ ਉਹਨਾਂ ਦੇ ਸਰੀਰ ਵਿੱਚੋਂ, ਬੰਦੇ ਨੂੰ ਖਿੱਚਦੀ ਸੀ ਆਪਣਾ। ਇੱਥੋਂ ਤੱਕ ਹੁਣ ਇੱਥੇ ਉਹਨਾਂ ਦਾ ਵਕਤ ਨਹੀਂ, ਮੈਂ ਵਿੱਚ ਕਹਾਂਗਾ ਕਿਤੇ ਵੀ ਜਿਹੜੇ ਜਰਨੈਲ ਲੜਨ ਆਏ ਸਨ, 2-3 ਜਰਨੈਲ ਔਰੰਗਜ਼ੇਬ ਦੇ ਖਿੱਚ ਦੇ ਕਾਰਨ ਮੈਦਾਨੇ ਜੰਗ ਵਿੱਚ ਗੁਰੂ ਸਾਹਿਬ ਦੇ ਚਰਨੀ ਲੱਗ ਗਿਆ ਛੱਡ ਕੇ। ਇੰਨਾ ਪਿਆਰ ਸੀ ਉਹਨਾਂ ਵਿੱਚ। ਭਾਈ ਨੰਦ ਲਾਲ ਜੀ ਬੈਠੇ ਤੇ ਸਤਿਗੁਰਾਂ ਦੀਆਂ ਗਰਾਹੀਆਂ ਵੱਲ ਵੇਂਦੇ ਨੇ ਕਿਵੇਂ ਖਾ ਰਹੇ ਨੇ, ਤੇ ਸਤਿਗੁਰੂ ਖਾਈ ਜਾਂਦੇ ਨੇ। ਵਿੱਚ ਕਦੀ ਗਰਾਹੀ ਤੋੜ ਕੇ ਆਪਣੇ ਕੁੱਤੇ ਨੂੰ ਪਾ ਦਿੰਦੇ, ਉਹ ਖਾ ਲੈਂਦਾ। ਫਿਰ ਦੂਜੀ ਗਰਾਹੀ ਤੋੜ ਕੇ ਭਾਈ ਕੁੱਤੇ ਨੇ ਫਿਰ ਖਾ ਲਈ। ਤੇ ਭਾਈ ਨੰਦ ਲਾਲ ਜੀ ਸ਼ਾਇਰ ਵੀ ਸਨ, ਤੇ ਉਹਨਾਂ ਨੇ ਫਿਰ ਬੇਨਤੀ ਕਰ ਦਿੱਤੀ। ਕਹਿਣ ਲੱਗੇ ਮਹਾਰਾਜ ਇੱਕ ਗਰਾਹੀ ਇਸ ਕੁੱਕਰ ਵੱਲ ਵੀ ਸਿੱਟ ਦਿਓ, ਇਹਦੇ ਵੱਲ ਵੀ ਇੱਕ ਸਿੱਟ ਦਿਓ। ਪਰ ਅੱਜ ਗੱਲ ਬੜੀ ਅਜੀਬ ਹੋਈ। ਸਤਿਗੁਰੂ ਕਹਿੰਦੇ ਭਾਈ ਨੰਦ ਲਾਲ ਜੀ, ਜਦੋਂ ਉਹਨਾਂ ਕਿਹਾ ਨਾ ਇੱਕ ਗਰਾਹੀ ਇਸ ਕੁੱਕਰ ਵੱਲ ਵੀ, ਇੱਕ ਗਰਾਹੀ ਤੋੜੀ, ਭਾਈ ਨੰਦ ਲਾਲ ਵੱਲ ਵੇਖਿਆ ਪਰ ਸਿੱਟ ਕੁੱਤੇ ਵੱਲ ਦਿੱਤੀ। ਕਹਿਣ ਲੱਗੇ ਤੁਹਾਨੂੰ ਨਹੀਂ, ਅਜੇ ਕੁੱਤੇ ਨੂੰ ਪਾ ਦਿੱਤੀ ਆਪਣੇ ਨੂੰ। ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨੇ ਵੀ ਅਜੇ ਤੁਹਾਨੂੰ ਨਹੀਂ। ਕਹਿਣ ਲੱਗੇ ਮਹਾਰਾਜ ਕਿਉਂ?
मेरे नालों कुत्ता चंगा है। हजूर ने कहा जे तू इहदे वाली थां ते नहीं आया। वेखो किड्डा वड्डा विद्वान सी, विद्वता दा सिरा सी। वो कल्ले आनंदपुर साहिब दा नहीं, काबल तो लैके तमिलनाडु श्रीलंका तक गजनी दे रहण वाले सन, उत्थों दा जन्म सी। दिल्ली औरंगजेब ने बुलाया सी, उहदे दरबार विच कुरान दी आयतां दे अर्थ जिहड़े नंद लाल जी ने कीते सन किसी काजी कोलों नहीं सन होए। एडा विद्वान गुरु कोल आया ते सतगुरु कहंदे ने विद्वान ते बड़ा हुण तैनूं सिख भी बना दईए, क्योंकि गुस्सा ना करना, विद्वान कदी सिख नहीं हुंदे, बड़े घट हुंदे ने। जे हो जाण फिर सोने ते सुहागा है। जे गुरु कृपा करे स्कॉलर संत बन जाए, सिख कौम दे भाग जाग पैणगे। पर यह जोड़ बन नहीं रहा। संत स्कॉलर नहीं बन रहा, स्कॉलर संत नहीं बन रहा। जिदन किते इको ही व्यक्ति दो गुणा नाल परिपूर्ण हो जाएगा, उस दिन कुछ ना कुछ राह खुलेगा। सतगुरां ने कहा इनू सिख बना दियां, ते सिख बनाउण वास्ते बड़ी वड्डी चोट की लोड़ सी, बड़े वड्डे हथौड़े की लोड़ सी। खिच के मारिया। कहंदे नंद लाल अजे तू इस कूकर वाली थां ते नहीं आया। सोचना पै गया भाई नंद लाल नूं, वो किहड़ी थां है जिहड़ी इस कूकर कोल है। गुरु गोबिंद सिंह किन्ना चिर चुप कीते रहे। प्रशादा छकिया गया ते सतगुरु वेख रहे ने अंदर वो काम हो रहा भाई नंद लाल दे जिहड़ा कई जन्मां दी तपस्या नाल नहीं हुंदा। गुरु दी चोट वो काम 1 मिनट विच कर दिंदी। ते भाई नंद लाल जी ने बाद विच बेनती की, महाराज हुण ये तां दस दिओ भी इहदे विच कूकर विच तुहाडे विच कुत्ते विच ते गुण किहड़ा है ते मेरे विच अवगुण किहड़ा है। मैं वो सोध ते लवां, कोई कृपा करो। हजूर कहंदे भाई साहब जी बस इक्को ही फर्क है इहदे विच ते तुहाडे विच, इहने मंगिया कदी नहीं, तुसीं मंग लई गराई। इहने कदी मंगी नहीं, बस मेरे पिछे पिछे रहिंदा है। जिथे जाना बूहे अगे बैठा रहिंदा है, रात भी बैठा रहिंदा, दिने भी बैठा रहिंदा है, कदी मंगदा नहीं। जे गराई पावां ते तां भी खा लैंदा है, जे ना पावां ते भुखा भी बैठा रहिंदा है। मैं कई बारी इहनूं भुखा रख रख के वेख्या भी भला जांदा है कि नहीं, गया नहीं। आ विच विच जदों सिख सिक्खी कमाउंदा ना, असीं कहने आ विच जी आ बड़ा दुख आ गया, दुख आ गया। गुरु वहिंदा भी भला जांदा है कि नहीं जांदा, जांदा है कि नहीं, क्योंकि उन्होंने हुणे खड़का के वेख लेना जरूरी है। आ जिहड़े पुलों तो तुसीं लंघदे हो ना, इन्हां नूं चंगी तरह एक बारी वेख्या गया वजन पा के तां खोलदे ने। जदों नवां बनदा ना पुल, उन्होंने टेस्ट करदे वजनदार उहदे तो गड्डियां लंघा के भी कल नूं इत्थों कई इकट्ठियां लंघणियां ने, किते फिर लिफ ना जाए। गुरु सिख ते वजन पा पा के वेंदा है, पा पा के। पर असी वजन की गल वो तो पहले कहने जी वजन ना पाया जे, वो चीज़ नहीं। इस करके फिर पुल भी नहीं बनता। वो कहते पर छोटी मोटी पुली ठीक है, बस काम जिहा चली जाता है। पुली ने काम फिर उन्ना कोई देना। इस करके सतगुरु ने जदों कहा ना, यदा मतलब सी मुकत वो है, इच्छा ही बंधन है मनुखी जीवन का। ये समझ नहीं आएगा जल्दी, फिर कहोगे भी फिर मंगीए की, फिर बंदे नूं चाहिदा बड़ा कुछ। ये अवस्था है। इच्छा ही गुलामी है मनुख दी, इच्छा ही इहदा दुख है। क्योंकि जदों असी कोई इच्छा करने आ, फिर चीज़ां फिक्स कर लेने आ भी अगले साल ये होना चाहिए, तो हुण जरूरी नहीं उस तरह होवे। जदों वो नहीं हुंदा तो साडी सुरत दे विच सूक्ष्म कंपलैक्स बन जांदे ने, गंढां पै जांदियां ने, जिन्हों मनोविग्यानक कहिंदे कंपलैक्स, गंढां पै गईयां। उहदे तो सारे तरह के अजकल के स्ट्रैस आदिक पैदा हो रहे हैं। बस यही दुख है। दुख का मतलब सिर्फ ये है भी जो मैं चाहुंदा उस तरह हो जाए, तो सुख का मतलब है मैं चाहुंदा तो है, अरदास तो करांगा, पर जिवें हो गया उवें ठीक है। आ सुख का दरवाजा।
ਅਰਦਾਸ ਜ਼ਰੂਰ ਕਰੇਗਾ। ਇਹਦਾ ਅਰਥ ਇਹ ਨਹੀਂ ਵੀ ਸਿੱਖ ਮੰਗਦਾ ਹੀ ਨਹੀਂ, ਮੰਗਦਾ ਜ਼ਰੂਰ ਹੈ, ਸਰੀਰ ਧਾਰੀ ਹੈ। ਉਹਨੇ ਤੁਸੀਂ ਆਰਤੀ ਵਿੱਚ ਸੁਣ ਸਕਦੇ ਹੋ, ਕਬੀਰ ਜੀ ਵੀ ਕਹਿੰਦੇ ਅੱਧਾ ਸਿਰ ਆਟਾ ਚਾਹੀਦਾ ਹੈ, ਅੱਧ ਸਿਰ ਮੰਗੋ ਦਾਲੇ, ਪਾਓ ਘਿਓ ਸੰਗ ਲੂਣਾ। ਪਾ ਘਿਓ, ਥੋੜ੍ਹਾ ਜਿਹਾ ਲੂਣ ਤੇ ਆਟਾ ਤੇ ਦਾਲ ਤੇ ਜੁੱਤੀ ਮੰਗੀ ਭਗਤਾਂ ਨੇ। ਮੈਨੂੰ ਇੱਕ ਥਾਂ ਤੇ ਕਿਹਾ ਵੀ ਇਹਦੇ ਅਰਥ ਕਰੋ। ਮੈਨੂੰ ਖਿਆਲ ਆਇਆ ਵੀ ਅੱਜ ਤੱਕ ਕਿਸੇ ਬੰਦੇ ਨੇ ਜੁੱਤੀ ਵਾਸਤੇ ਅਰਦਾਸ ਨਹੀਂ ਕਰਾਈ ਗੁਰਦੁਆਰੇ ਵੀ ਮੈਨੂੰ ਜੁੱਤੀ ਦਿਓ। ਕਮਾਲ ਹੋ ਗਈ। ਮੈਂ ਕਿਹਾ ਵੀ ਆਹ ਨਵੀਂ ਗੱਲ ਸੁਣ। ਮੈਂ ਕਿਹਾ ਵੀ ਅੱਜ ਮੇਰੀ ਇੱਕ ਗੱਲ ਸਮਝ ਆਈ। ਵੇਖੋ, ਭਗਤ ਜੁੱਤੀ ਵੀ ਖਰੀਦਦਾ ਨਾ, ਇਹਦਾ ਮਤਲਬ ਇਹ ਹੈ ਉਹ ਜੁੱਤੀ ਵੀ ਲੈਂਦਾ ਅਤੇ ਉਹਦੇ ਬਾਰੇ ਵੀ ਸੋਚ ਰਿਹਾ ਵੀ ਮੈਨੂੰ ਤੂੰ ਦਿੱਤੀ ਹੈ। ਪਰ ਆਪਾਂ ਜੁੱਤੀ ਬਾਰੇ ਤਾਂ ਕਦੀ ਸੋਚੀ ਨਹੀਂ, ਕਹਿੰਦੇ ਆਪ ਹੀ ਲਈਏ। ਤਾਂ ਫਿਰ ਉੱਥੇ ਜਿਹੜੇ ਸੱਜਣ ਬੈਠੇ ਸਨ ਉਹ ਸਾਰੇ ਸਨ ਦੁਕਾਨਾਂ ਵਾਲੇ, ਵੱਡੇ ਵੱਡੇ ਸਟੋਰਾਂ ਵਾਲੇ, ਉਹਨਾਂ ਨੇ ਇਹ ਕਥਾ ਕਰਾ ਲਈ। ਮੈਂ ਕਿਹਾ ਵੀ ਹੁਣ ਮੈਨੂੰ ਕਿਹਾ ਜੇ ਨਾ ਤੁਸੀਂ ਵੀ ਸਾਨੂੰ ਗੱਲ ਕਹਿ ਦਿੱਤੀ, ਤੁਸੀਂ ਆਪ ਹੀ ਆਪਣੇ ਗਲ ਵਿੱਚ ਰੱਸੀ ਪਾ ਲਈ। ਮੈਂ ਕਿਹਾ ਵੀ ਤੁਹਾਡੇ ਸਟੋਰ ਨੇ ਬੜੇ ਬੜੇ ਵੱਡੇ ਦਾਲ ਦੇ, ਆਟੇ ਦੇ। ਮੈਂ ਕਿਹਾ ਵੀ ਤੁਸੀਂ ਜੇ ਅਰਦਾਸ ਕਰਾਓਗੇ ਵੀ ਅੱਧਾ ਸਿਰ ਦਾਲ ਦਿਓ ਗੁਰੂ ਗ੍ਰੰਥ ਸਾਹਿਬ ਜੀ, ਅੱਧਾ ਸਿਰ ਨਹੀਂ ਮੰਗਾ, ਕਵਾਂ ਘੱਟੋ ਘੱਟ 4 ਟਰੱਕ ਤੇ ਦਿਓ ਨਾ। ਅੱਧਾ ਸਿਰ ਕੌਣ ਮੰਗਦਾ? ਇਹ ਤੇ ਭਗਤ ਹੀ ਮੰਗਣਗੇ ਨਾ। ਜੇ ਘਿਓ ਮੰਗਣਾ, ਅੱਜ ਕੱਲ੍ਹ ਤੇ ਗਰਾਹੀ ਕਰਨ ਵਾਲੇ ਵੀ ਪਾਈਆ ਤੇ ਕੋਈ ਨਹੀਂ ਖਲੋਂਦੇ, ਉਹ ਵੀ ਕਹਿੰਦੇ 10 ਪੀਪੇ ਦਿਓ ਜੀ। ਪਾਓ ਘਿਓ, ਉਹਨਾਂ ਨੇ ਪਾਈਆ ਮੰਗਿਆ। ਪਾਈਆ ਦਾ ਮਤਲਬ ਸੀ ਅੱਜ ਦਾ ਦਿਨ ਲੰਘੂ, ਕੱਲ੍ਹ ਫਿਰ ਵੇਖੀ ਜਾਏਗੀ। ਅੱਜ ਦਾ ਦਿਨ ਪਰੰਦੈ ਨਾ ਗ੍ਰਾਹਾ ਜਰ, ਦਰਖਤ ਆਬ ਆਸ ਧਰ, ਦੇਹੰਦ ਸੂਈ ਏਕ ਤੂੰ ਹੀ, ਏਕ ਤੂੰ ਹੀ। ਇਹ ਬੜੇ ਵੱਡੇ ਸੂਤਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਖੁਸ਼ੀ ਲੈਣ ਦੇ, ਖੁਸ਼ ਰਹਿਣ ਦੇ ਜੀਵਨ ਦੇ। ਕਿਉਂਕਿ ਸਾਡੀ ਤਾਂ ਬੁੱਧੀ ਦੱਬੀ ਹੀ ਪਈ ਵੀ ਅਗਲਾ ਕੀ ਕਰੇਗਾ ਜੀ, ਅਗਲਾ ਕੀ ਕਰੇਗਾ, ਪੋਤਰਾ ਕੀ ਕਰੇਗਾ ਜੀ, ਪੁੱਤਰ ਕੀ ਕਰੇਗਾ, ਇਹਦੀ ਅਰਦਾਸ ਕਰ ਦਿਓ ਜੀ, ਉਹਦੀ ਕਰ ਦਿਓ। ਸੱਚੇ ਪਾਤਸ਼ਾਹ ਕਹਿੰਦੇ ਤੂੰ ਆਪਣੀ ਤਾਂ ਕਰ। ਉਹ ਸਾਰੇ ਮੁਲਕ ਦੀ ਪੰਡ ਚੁੱਕੀ ਹੋਈ ਸਿਰ ਦੇ ਉੱਤੇ, ਸਰਬੱਤ ਦਾ ਭਲਾ ਇਕੱਠੇ ਹੀ ਕਰਦੇ ਸਾਰਿਆਂ ਦੇ, ਅਰਦਾਸ ਕਰਿਆ। ਹੁਣ ਇਹ ਵੀ ਮੁਸੀਬਤ ਤੇ ਉਹ ਕਹਿੰਦੇ ਵੀ ਜੇ ਸਰਬੱਤ ਦਾ ਹੀ ਭਲਾ ਕਰਨਾ ਤੇ ਫਿਰ ਸਵਾਦ ਕੀ ਆਇਆ ਆਪਣੇ ਭਲੇ ਦਾ? ਜੇ ਸਾਰਿਆਂ ਦਾ ਹੀ ਭਲਾ ਹੋ ਗਿਆ ਫਿਰ ਕੀ ਸਵਾਦ ਆਇਆ ਮੇਰੇ ਭਲੇ ਦਾ? ਜੇ ਸਾਰੇ ਸੁਖੀ ਹੋ ਗਏ ਤੇ ਮੇਰੇ ਸੁੱਖ ਦਾ ਫਾਇਦਾ ਕੀ? ਕੋਈ ਨਾਲ ਥੋੜ੍ਹਾ ਜਿਹਾ ਕੰਮ ਨੀਵਾਂ ਹੋਣਾ ਚਾਹੀਦਾ ਹੈ। ਇਹ ਰੋਗ ਹੈ ਮਨ ਦਾ, ਇਹ ਦੁੱਖ ਹੈ ਜੀਵਨ ਦਾ। ਜਿੱਦਣ ਇਹ ਮਿਟੇਗਾ ਉਦਣ ਜ਼ਿੰਦਗੀ ਵਿੱਚ ਖੁਸ਼ੀ ਆਏਗੀ, ਵਿਕਾਸ ਆਏਗਾ, ਚੜ੍ਹਦੀ ਕਲਾ ਆਵੇਗੀ। ਇਹ ਗੁਰੂ ਸਾਹਿਬ ਨੇ ਸਾਨੂੰ ਰਾਹ ਦੱਸਿਆ ਸੀ। ਅਸੀਂ ਗਲਤ ਚੀਜ਼ਾਂ ਦਿਮਾਗ ਦੇ ਵਿੱਚ ਫਿੱਟ ਕਰ ਲਈਆਂ ਨੇ, ਅਸੀਂ ਸੁੱਖ ਦੇ ਅਰਥ ਹੀ ਹੋਰ ਕੱਢ ਲਏ। ਕਬੀਰ ਜੀ ਨੇ ਜਦੋਂ ਇਸ ਚੀਜ਼ ਨੂੰ ਜਾਣਿਆ, ਉਹ ਕਹਿੰਦੇ ਸੁਖ ਮੰਗਤ ਦੁੱਖ ਆਗੈ ਆਵੈ, ਸੋ ਸੁਖ ਹਮਹੁ ਨਾ ਮੰਗਿਆ ਭਾਵੈ। ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗੀਆਂ। ਸਤਿਗੁਰੂ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ, ਕਹਿੰਦੇ ਦਿਆਂਗਾ ਸਭ ਕੁਝ, ਪਰ ਮੈਂ ਸਿੱਖ ਨੂੰ ਬਾਦਸ਼ਾਹ ਬਣਾਇਆ, ਭਿਖਾਰੀ ਨਹੀਂ ਬਣਾਇਆ ਵੀ ਅੰਦਰੋਂ ਦਿਨ ਰਾਤ ਮੰਗੀ ਹੋ ਜਾਏ, ਮੰਗੀ ਹੋ ਜਾਏ। ਜਿੰਨੇ ਤੈਨੂੰ ਪੈਦਾ ਕੀਤਾ ਉਹ ਤੇਰੀ ਪਰਵਰਿਸ਼ ਵੀ ਕਰੇਗਾ, ਉਹ ਸਭ ਕੁਝ ਦੇਵੇਗਾ ਤੈਨੂੰ। ਉਹਦੇ ਤੇ ਭਰੋਸਾ ਕਰ, ਉਹਦੇ ਤੇ ਵਿਸ਼ਵਾਸ ਕਰ ਤੇ ਪਿਆਰ ਵਿੱਚ ਕਹੋ ਸਤਿਗੁਰੂ ਮੇਰਾ ਪੂਰਾ, 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 ਸਤਿਗੁਰੂ ਮੇਰਾ ਗੁਰੂ ਇੰਨਾ ਪੂਰਾ ਤੇ ਇੰਨਾ ਦਿਆਲੂ ਸਿੱਖ ਤੇ ਸਦਾ ਰਹਿੰਦਾ ਹੈ। ਮਾਛੀਵਾੜੇ ਵਿੱਚ ਗੁਲਾਬੇ ਦੇ ਚੁਬਾਰੇ ਤੇ ਬੈਠਿਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਰਾਤ ਇਸ਼ਨਾਨ ਕੀਤਾ, ਕਮਰ ਕੱਸਾ ਖੋਲ੍ਹਿਆ, ਪ੍ਰਸ਼ਾਦਾ ਛਕਾਇਆ ਉਹਨੇ, ਤੇ ਸਵੇਰੇ ਗਲੀ ਵਿੱਚੋਂ ਆਵਾਜ਼ ਆਉਂਦੀ ਏ। ਇੱਕ ਢੋਲ ਵਜਾ ਕੇ ਆਦਮੀ ਕਹਿੰਦਾ ਵੀ ਜਿਹਦੇ ਘਰੋਂ ਗੁਰੂ ਗੋਬਿੰਦ ਸਿੰਘ ਲੱਭ ਗਏ ਉਹਦਾ ਬੱਚਾ ਪੀੜ ਦਿੱਤਾ ਜਾਏਗਾ। ਸਰਕਾਰ ਨੇ ਡੌਂਡੀ ਅਨਾਉਂਸ ਕਰਾਇਆ, ਮੈਂ ਹੁਣ ਦੇ ਸ਼ਬਦਾਂ ਵਿੱਚ,
ਡੌਂਡੀ ਪਿੱਟਣੀ ਮੈਂ ਤਾਂ ਅੱਗੋਂ ਬੰਦ ਕਰਤਾ। ਇੱਕ ਥਾਂ ਤੇ ਮੈਂ ਡੌਂਡੀ ਪਿੱਟਣੀ ਕਹਿ ਦਿੱਤਾ, ਉਹ ਕਹਿੰਦੇ ਵੀ ਇਹ ਕੀ ਹੁੰਦਾ, ਇਹਦੇ ਬਾਰੇ ਦੱਸੋ ਹੁਣ। ਉਹਦਾ ਮਤਲਬ ਕਹਿਣਾ, ਗੱਲ ਨੂੰ ਅਨਾਉਂਸ ਕਰਨਾ, ਬੋਲਣਾ। ਕਿਆ ਸਰਕਾਰ ਦੇ ਸਿਪਾਹੀਆਂ ਨੇ, ਤੇ ਹੁਣ ਕੁਦਰਤੀ ਡਰ ਹੈ ਮਨ ਵਿੱਚ, ਛੋਟੀ ਗੱਲ ਨਹੀਂ। ਅਸੀਂ ਭਾਈ ਗੁਲਾਬੇ ਨੂੰ ਅੱਜ ਕਵਾਂਗੇ ਗੁਰੂ ਨਾਲ ਤੁਰਨਾ ਸਾਧ ਸੰਗਤ ਜੀ ਸੌਖਾ ਨਹੀਂ, ਗੁਰੂ ਦੇ ਸਿੱਖਾਂ ਨਾਲ ਵੀ ਤੁਰਨਾ ਸੌਖਾ ਨਹੀਂ। ਗੁਰੂ ਤੇ ਬੜੀ ਵੱਡੀ ਤਾਕਤ ਹੈ। ਭਾਈ ਗੁਲਾਬੇ ਦੀ ਘਰਵਾਲੀ ਕਹਿੰਦੀ ਏ ਵੀ ਸਤਿਗੁਰਾਂ ਨੂੰ ਬੇਨਤੀ ਕਰੋ ਵੀ ਸਾਡੇ ਘਰੋਂ ਚਲੇ ਜਾਣ। ਵੇਖੋ, ਜਿਸ ਗੁਰੂ ਨੂੰ ਘਰ ਸੱਦਣ ਲਈ ਸਿੱਖ ਕਈ ਜਨਮ ਭਗਤੀ ਕਰਦਾ ਹੈ, ਕਹਿੰਦਾ ਮੇਰੇ ਘਰ ਆਓ, ਤੁਸੀਂ ਮੈਨੂੰ ਦਰਸ਼ਨ ਦਿਓ। ਸਮਾਂ ਉਹ ਵੀ ਆਉਂਦਾ ਜਦੋਂ ਸਿੱਖ ਗੁਰੂ ਨੂੰ ਕਹਿੰਦਾ ਵੀ ਤੁਸੀਂ ਮੇਰੇ ਘਰੋਂ ਜਾਓ। ਇਹ ਇਕੱਲੇ ਉਹਦੇ ਤੇ ਨਹੀਂ ਆਉਂਦਾ, ਸੱਚ ਜਾਣੋ ਸਾਡੇ ਤੇ ਵੀ ਆਇਆ ਹੈ। ਅਸੀਂ ਵੀ ਕਵਾਂਗੇ, ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਜੀ ਘਰ ਆਏ ਤੇ ਉਹਨਾਂ ਕਹਿਣਾ ਵੀ ਸ਼ਰਾਬ ਛੱਡ, ਝੂਠ ਛੱਡ। ਅਸੀਂ ਕਹਿਣਾ ਜੀ ਉਹ ਨਹੀਂ ਛੱਡਣੇ, ਤੁਸੀਂ ਜਾਓ। ਗੁਲਾਬੇ ਨੇ ਕਿਹਾ ਤੇ ਗੁਰੂ ਕੇ ਸਵਾਰੇ ਉਹ ਘਰ ਵਾਲੀ ਕਹਿੰਦੀ ਵੀ ਬੇਨਤੀ ਕਰ ਦਿਓ। ਗੁਲਾਬਾ ਕਹਿੰਦਾ ਵੀ ਮੇਰੀ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਕਹਿਣ ਦੀ। ਪੁਰਾਣਾ ਸੇਵਕ ਸੀ ਗੁਰੂ ਸਾਹਿਬ, ਕਿਵੇਂ ਕਵਾਂ ਮੈਂ ਘਰੋਂ ਜਾਓ। ਸਤਿਗੁਰੂ ਦੇ ਇੰਨੇ ਤਕਲੀਫਾਂ ਦੇ ਵਿੱਚੋਂ ਤੁਰ ਕੇ ਆਏ ਨੇ, ਮੈਂ ਨਹੀਂ ਕਹਿ ਸਕਦਾ। ਤੇ ਬੀਬੀ ਸੀ ਬੜੀ ਸਿਆਣੀ, ਉਹਨੇ ਕਿਹਾ ਜੀ ਕਹਿਣ ਦੀ ਲੋੜ ਹੀ ਨਹੀਂ, ਇੱਕ ਤਰੀਕਾ ਹੈ। ਥਾਲੀ ਲੈ ਆਈ, ਥਾਲੀ ਦੇ ਵਿੱਚ ਕੁਝ ਮੋਹਰਾਂ ਰੱਖੀਆਂ, ਉੱਤੇ ਲਾਲ ਜਿਹਾ ਕੱਪੜਾ ਪਾਇਆ। ਕਹਿੰਦੇ ਆ ਅੱਗੇ ਜਾ ਕੇ ਰੱਖ ਦਿਓ, ਆਪੇ ਸਮਝ ਜਾਣਗੇ ਵੀ ਵਿਦਾਇਗੀ ਦੇ ਰਹੇ ਨੇ, ਵੀ ਚਲੇ ਜਾਓ। ਜਿਵੇਂ ਜਦੋਂ ਕੋਈ ਕਥਾ ਕਰਨੀ ਛੱਡੇ ਨਾ ਫਿਰ ਉਹਦੇ ਪਿੱਛੋਂ ਹਜ਼ੂਰੀਆ ਪਾ ਦਿੰਦੇ ਗਲ ਵਿੱਚ ਵੀ ਹੁਣ ਸਮਾਂ ਹੋਵੇ। ਉਹ ਤਰੀਕਾ ਹੁੰਦਾ ਕਹਿਣ ਦਾ, ਚੁੱਪ ਕਰਕੇ ਵੀ ਬਸ ਕਰੋ ਜੀ, ਹੁਣ ਹੋਰ ਵੀ ਕਿਸੇ ਨੇ ਗੱਲ ਕਰਨੀ ਹੈ। ਕਹਿੰਦੇ ਆ ਥਾਲੀ ਚੁੱਕ ਕੇ ਰੱਖੋ, ਅੱਗੇ ਰੱਖ ਦਿਓ, ਆਪੇ ਸਮਝ ਜਾਣਗੇ। ਤੇ ਗੁਲਾਬਾ ਵਿਚਾਰਾ ਮੰਨ ਗਿਆ ਵੀ ਹੁਣ ਘਰ ਵਿੱਚ ਕਲੇਸ਼ ਪੈਂਦਾ, ਕੀ ਕਰੀਏ। ਕਹਿੰਦੇ ਚਲੋ ਠੀਕ ਹੈ, ਮੂੰਹੋਂ ਨਹੀਂ ਮੈਂ ਕਹਿਣਾ। ਜਦੋਂ ਅੰਦਰੋਂ ਥਾਲੀ ਲੈ ਕੇ ਤੁਰਨ ਲੱਗਾ ਨਾ, ਉੱਤੇ ਕਲਗੀਆਂ ਵਾਲਾ ਪਾਤਸ਼ਾਹ ਅੰਤਰਜਾਮੀ ਗੁਰੂ ਬੈਠਾ ਹੈ। ਭਾਈ ਦਇਆ ਸਿੰਘ ਨੂੰ ਕਹਿੰਦੇ ਭਾਈ ਦਇਆ ਸਿੰਘ ਜੀ ਜਲਦੀ ਕਰੋ, ਥੱਲੇ ਜਾਣਾ, ਜਲਦੀ ਕਰੋ। ਉਹ ਕਹਿੰਦੇ ਮਹਾਰਾਜ ਰਾਹ ਤੇ ਵੇਖ ਲੈਣ ਦਿਓ, ਅੱਗੇ ਕੋਈ ਖਤਰਾ। ਕਹਿੰਦੇ ਨਹੀਂ ਨਹੀਂ, ਬੜਾ ਵੱਡਾ ਖਤਰਾ ਹੈ, ਇੱਥੋਂ ਉੱਠਣਾ ਹੈ। ਕਾਲੀ ਕਾਲੀ ਪਲੰਗ ਤੋਂ ਉੱਠੇ ਤੇ ਗੁਲਾਬਾ ਅਜੇ 2 ਪੌੜੀਆਂ ਚੜ੍ਹਿਆ ਸੀ ਤੇ ਗੁਰੂ ਸਾਹਿਬ ਪੌੜੀਆਂ ਸਾਰੀਆਂ ਉੱਤਰ ਆਏ ਕਾਲ ਨੂੰ। ਅਜੇ ਗੁਲਾਬੇ ਨੇ ਥਾਲੀ ਅੱਗੇ ਕਰਨੀ ਸੀ, ਕਹਿਣਾ ਸੀ ਮਹਾਰਾਜ ਆ ਭੇਟਾ ਪ੍ਰਵਾਨ ਕਰੋ, ਤੇ ਸਤਿਗੁਰੂ ਨੇ ਪਹਿਲਾਂ ਹੀ ਕਹਿ ਦਿੱਤਾ, ਕਹਿੰਦੇ ਗੁਲਾਬਿਆ ਲਿਆ, ਅਸੀਂ ਜਾਣਾ ਭੇਟਾ ਦੇ ਕਿੱਥੇ, ਆਪ ਮੰਗ ਲਈ। ਕਾਲੀ ਨਾਲ ਲਈ, ਕਿਸੇ ਨੂੰ ਉਦੋਂ ਪਤਾ ਨਹੀਂ ਲੱਗਾ ਵੀ ਇਹ ਕੀ ਚੋਜ ਹੈ। ਚਲੇ ਗਏ ਗਣੀ ਖਾਂ ਦੇ ਘਰ। ਤੇ ਭਾਈ ਦਇਆ ਸਿੰਘ ਜੀ ਨੇ ਬਾਅਦ ਵਿੱਚ ਪੁੱਛਿਆ, ਮਹਾਰਾਜ ਇੰਨੀ ਕਾਹਲ ਨਾਲ ਆਪ ਕਿਉਂ ਗਏ ਹੋ ਥੱਲੇ। ਤੇ ਸਤਿਗੁਰੂ ਨੇ ਕਿਹਾ ਸੀ, ਭਾਈ ਦਇਆ ਸਿੰਘ ਜੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਗੁਲਾਬਾ ਲੈ ਕੇ ਆ ਰਿਹਾ ਸੀ ਭੇਟਾ ਵਾਲੀ ਥਾਲੀ, ਉਹਨੇ ਸੇਵਾ ਸਾਡੀ ਬਹੁਤ ਜ਼ਿਆਦਾ ਕੀਤੀ ਹੈ। ਉਸ ਰਾਤ ਜਦੋਂ ਅਸੀਂ ਨੰਗੇ ਪੈਰੀ ਆਏ ਸੀ, ਆਪਣੇ ਘਰ ਲਿਆਇਆ। ਸੇਵਾ ਬੜੀ ਵੱਡੀ ਸੀ ਭਾਈ ਦਇਆ ਸਿੰਘ ਜੀ, ਪਰ ਜੇ ਇੱਕ ਵਾਰੀ ਕਹਿ ਦਿੰਦਾ ਨਾ ਵੀ ਸਾਡੇ ਘਰੋਂ ਤੁਰ ਜਾਓ, ਉਹਦੀ ਸਾਰੀ ਸੇਵਾ ਖਤਮ ਹੋ ਜਾਣੀ ਸੀ। ਉਹਦੀ ਸੇਵਾ ਬਚਾਉਣ ਵਾਸਤੇ ਮੈਂ ਕਾਹਲੀ ਨਾਲ ਉੱਠ ਕੇ ਥੱਲੇ ਉਤਰਿਆ, ਕਿਤੇ ਉਹਦੀ ਸੇਵਾ ਨਾ ਗਵਾਚ ਜਾਏ। ਗੁਰੂ ਇੰਨਾ ਦਿਆਲੂ ਹੈ, ਉਹ ਇਹ ਨਹੀਂ ਚਾਹੁੰਦਾ ਵੀ ਜਿਵੇਂ ਮੈਂ ਕਹਾਂ ਉਵੇਂ ਹੀ ਕਰੇ ਜਾ। ਉਹ ਬਚਾਉਂਦਾ ਵੀ, ਸਿੱਖ ਨੂੰ ਹੱਥ ਦੇ ਕੇ ਰੱਖਦਾ ਹੈ, ਬਚਾ ਕੇ ਰੱਖਦਾ ਪਿਆਰ ਦੇ ਵਿੱਚ। ਇਹ ਸਤਿਗੁਰਾਂ ਦਾ ਤਰੀਕਾ ਹੈ, ਜੁਗਤ ਹੈ, ਢੰਗ ਹੈ। ਪਰ ਇਹ ਦਾਤ ਤਾਂ ਮਿਲਦੀ ਹੈ ਜਿਹੜੇ ਵਿਸ਼ੇ ਤੇ ਅੱਜ ਪੰਡਤ ਦੀ ਗੱਲ ਚੱਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਸਾਹਿਬ ਗੁਰਮੁਖ ਨੂੰ ਪੰਡਤ ਬਣਾਉਂਦੇ ਨੇ। ਤੇ ਪੰਡਤ ਕਿਵੇਂ ਬਣਦਾ ਹੈ? ਇੱਕੋ ਵਿਸ਼ਾ ਮੈਂ ਲਿਆ ਸੀ, ਆਪਣੇ ਆਪ ਨੂੰ ਖਾਲੀ ਕੀਤਿਆਂ, ਆਪਣੇ ਆਪ ਨੂੰ ਮੈਂ ਤੋਂ ਖਾਲੀ ਕੀਤਿਆਂ। ਪਹਿਲਾ ਰਾਹ ਹੈ, ਜਦੋਂ ਅੰਦਰ ਖਾਲੀ ਹੋ ਜਾਏਗਾ, ਅੰਦਰ ਇੱਕ ਥਾਂ ਬਣੇਗੀ ਤੇ ਸਤਿਗੁਰੂ ਤੇ ਲੱਭਦੇ ਫਿਰਦੇ ਕੋਈ ਇਸ ਤਰ੍ਹਾਂ ਦਾ ਸਿੱਖ ਮਿਲੇ ਸੀ ਜਿਹੜਾ ਆਪਣਾ ਦਰਵਾਜ਼ਾ ਖੋਲੇ, ਉਦੋਂ ਉਹ ਪੰਡਤ ਬਣ ਸਕੇਗਾ। ਇਹ ਨਹੀਂ ਕਿ ਇਕੱਲਾ ਭਾਈ ਮੂਲਾ ਸੀ ਜਿਨਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਆ ਰਹੇ ਸਨ, ਇਹਨੇ ਦਰਵਾਜ਼ਾ ਬੰਦ ਕੀਤਾ ਸੀ।
ਇਹ ਤਾਂ ਸਿਰਫ ਗੁਰੂ ਸਾਹਿਬ ਨੇ 10 ਜਾਮਿਆਂ ਦੇ ਵਿੱਚ ਦ੍ਰਿਸ਼ਟਾਂਤ ਸਾਹਮਣੇ ਪੈਦਾ ਕੀਤੇ ਨੇ। ਗੁਰੂ ਆਵੇ ਇੰਨੀ ਜਲਦੀ ਕੋਈ ਬੰਦਾ ਦਰਵਾਜ਼ਾ ਨਹੀਂ ਖੋਲ੍ਹਦਾ, ਬਸ ਦਰਵਾਜ਼ਾ ਖੋਲ੍ਹਣ ਦੀ ਦੇਰ ਹੈ। ਗੁਰੂ ਉਹਦੇ ਜੀਵਨ ਵਿੱਚ ਜੀਵਨ ਬਣ ਕੇ ਹੀ ਅੰਦਰ ਟਿਕ ਜਾਂਦਾ ਹੈ, ਉਹਨੂੰ ਜਿਉਣ ਦੀ ਜਾਚ ਤੇ ਜਿਉਣ ਦਾ ਰਸ ਦਿੰਦਾ ਹੈ। ਤੇ ਭਾਈ ਨੰਦ ਲਾਲ ਜੀ ਨੇ ਫਿਰ ਇਸ ਘਟਨਾ ਦੇ ਉੱਤੇ ਇੱਕ ਸ਼ੇਅਰ ਲਿਖਿਆ ਸੀ ਕਿ ਲਾਲ ਸਗ ਗੁਲਾਮ ਗੁਰੂ ਗੋਬਿੰਦ ਸਿੰਘ, ਸਗ ਦੇ ਅਰਥ ਨੇ ਕੁੱਤਾ, ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੁੱਤਿਆਂ ਤੋਂ ਵੀ ਥੱਲੇ ਹੈ। ਉੱਥੇ ਜਾ ਕੇ ਸਮਝ ਆਉਂਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸੰਗਤ ਗੁਰਮੁਖਾਂ ਦੀ ਤਾਂ ਕਹੀ ਹੈ, ਕਿਉਂਕਿ ਉਸ ਥਾਂ ਤੇ ਪਤਾ ਲੱਗੇਗਾ ਵੀ ਜਿੱਥੇ ਜਾ ਕੇ ਆਪਾਂ ਸੋਚ ਰਹੇ ਸੀ ਵੀ ਮੈਂ ਪਤਾ ਨਹੀਂ ਕਿਹੜੀ ਪ੍ਰਾਪਤੀ ਕਰ ਲਈ, ਉੱਥੇ ਪਤਾ ਲੱਗੇਗਾ ਵੀ ਇਹ ਤਾਂ ਅਜੇ ਪਹਿਲੀ ਵੀ ਨਹੀਂ ਆਈ। ਇੱਕ ਤੋਂ ਇੱਕ ਝੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ। ਇਹ ਖਾਲੀ ਕਰਨਾ ਆਪਣੇ ਆਪ ਨੂੰ, ਇਸ ਵਿਸ਼ੇ ਨੂੰ ਆਪਾਂ ਕੱਲ ਇਹਨਾਂ 2 ਪੌੜੀਆਂ ਨੂੰ ਕੱਲ ਫਿਰ ਪੂਰੀ ਤਰ੍ਹਾਂ ਵਿਚਾਰਾਂਗੇ। ਆਓ ਹੁਣ 5-7 ਮਿੰਟ, ਕਿਉਂਕਿ ਸਿਮਰਨ ਦੇ ਵਿੱਚ ਜੁੜਨਾ ਵੀ ਜ਼ਰੂਰੀ ਹੈ। ਇਸ ਕਰਕੇ ਸਾਰੇ ਆਪ ਜੀ ਕਿਰਪਾ ਕਰੋ, ਚੌਂਕੜਾ ਮਾਰ ਕੇ ਧਿਆਨ ਲਾ ਕੇ, ਕਿਉਂਕਿ ਸਿਮਰਨ ਦਾ ਸੰਬੰਧ ਅੰਦਰ ਨਾਲ ਬਾਹਰ ਨਾਲ ਨਹੀਂ ਹੈ। ਸਿਮਰਨ ਦਾ ਸੰਬੰਧ ਆਪਣੇ ਆਪ ਨਾਲ ਹੈ ਔਰ ਉਸ ਤਾਕਤ ਨੂੰ ਇਕੱਠੇ ਕਰਨਾ, ਸਰੀਰ ਨੂੰ ਇਕਾਗਰ ਕਰ ਲੈਣਾ। ਤਾਂ ਗੁਰੂ ਸਾਹਿਬ ਨੇ ਕਿਹਾ ਸੋਨੇ ਕੀ ਸੂਈ, ਇਹ ਧਾਗਾ ਜਿਹੜਾ ਕਿਹਾ ਸੂਈ ਤੇ ਧਾਗੇ ਦਾ ਦ੍ਰਿਸ਼ਟਾਂਤ ਦਿੱਤਾ। ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ। ਇੱਥੇ ਸੂਈ ਧਾਗੇ ਦਾ ਵਰਣਨ ਤਾਂ ਕੀਤਾ ਕਿ ਜਿੰਨਾ ਧਿਆਨ ਸੂਈ ਵਿੱਚ ਧਾਗਾ ਪਾਉਣ ਲਈ ਉਸ ਬਰੀਕ ਥਾਂ ਤੇ ਲਾਉਣਾ ਪੈਂਦਾ ਹੈ, ਇਸ ਤਰ੍ਹਾਂ ਸਿੱਖ ਆਪਣੇ ਸਰੀਰ ਵਿੱਚ ਜਿੱਥੋਂ ਵਾਹਿਗੁਰੂ ਸ਼ਬਦ ਜਾਂ ਸ਼ਬਦ ਪੈਦਾ ਹੋ ਰਿਹਾ ਉੱਥੇ ਧਿਆਨ ਲਾਵੇ, ਬਰੀਕ ਕੇਂਦਰ ਦੇ ਉੱਤੇ। ਉਹ ਸਿਮਰਨ ਹੁੰਦਾ ਹੈ। ਇਸ ਲਈ ਸਾਰੇ ਪਹਿਲਾਂ ਚੌਂਕੜਾ ਲਾ ਕੇ ਆਲਸ ਨੂੰ ਦੂਰ ਕਰਕੇ, ਨੇਤਰ ਬੰਦ ਕਰਕੇ, ਸਿੱਧੇ ਗਰਦਨ ਕਰਕੇ ਬੈਠ ਕੇ ਪਿਆਰ ਨਾਲ ਆਪਾਂ ਜਪਣਾ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ